अच्छा वाह जी। अच्छा वाह ਵਧੀਆ ਹੋ ਗਿਆ। ਨਹੀਂ ਸਭ ਤੋਂ ਪਹਿਲੇ ਤੁਸੀਂ ਆਪਣੇ ਪਿੰਡ ਦਾ ਨਾਮ ਦੱਸੋ, ਪਿਛਲਾ ਐਡਰੈਸ। ਬਾੜੇ ਵਾਲਾ ਅਵਾਣਾ ਦਾ ਲੁਧਿਆਣੇ ਦੇ ਮੁੰਡ ਸੀ 2 ਮੀਲ ਤੇ ਲਹਿੰਦੇ ਪਾਸੇ। ਅੱਛਾ, ਮਤਲਬ ਲੁਧਿਆਣੇ ਸ਼ਹਿਰ ਤੋਂ 2 ਮੀਲ ਤੇ ਸੀ। ਕਿੰਨੀ ਉਮਰ ਸੀ ਆਪਣੀ ਉਸ ਵੇਲੇ? ਮੈਂ ਜਿਸ ਵੇਲੇ ਪਾਕਿਸਤਾਨ ਚ ਆਇਆ ਉਸ ਵੇਲੇ ਮੇਰੀ 24 ਸਾਲ ਦੀ ਉਮਰ। ਓ ਵਾਹ, ਅੱਛਾ। ਹੁਣ ਮੇਰੀ ਇਸ ਵੇਲੇ ਉਮਰ ਹੈ 94 ਸਾਲ। ਵਾਹ ਜੀ ਵਾਹ, ਵਾਹ ਜੀ। ਪਹਿਲਾਂ ਪਿੰਡ ਸਿੱਖਾਂ ਦੇ ਜਿੰਨੇ ਪਿੰਡ ਸਿੱਖਾਂ ਦੇ ਸਾਰੇ 4 ਫੇਰੇ। ਅੱਛਾ ਜੀ। ਆ ਮੁਸਲਮਾਨਾਂ ਪਿੰਡ ਕੋਈ ਉੱਚਾ ਪਿੰਡ ਉਹ ਵੀ ਸਿੱਖਾਂ ਦਾ, ਫਰੀਦੇ ਉਹ ਵੀ ਸਿੱਖਾਂ ਦੇ, ਯਾਲੀ ਉਹ ਵੀ ਸਿੱਖਾਂ ਦੀ, ਛੋਟੀ ਵਾਲੀ ਉਹ ਵੀ ਸਿੱਖਾਂ ਦੀ, ਬੱਦੋਵਾਲ ਉਹ ਵੀ ਸਿੱਖਾਂ ਦਾ, ਤੇ ਲੜਤੋਂ ਉਹ ਵੀ ਸਿੱਖਾਂ ਦੀ, ਤੇ ਕੋਲ ਸੀ ਜਸੀਆਂ ਉਹ ਮੁਸਲਮਾਨਾਂ ਦਾ ਪਿੰਡ ਸੀ, ਕਾਸਾਬਾਦ ਉਹ ਵੀ ਮੁਸਲਮਾਨਾਂ ਦਾ ਪਿੰਡ। ਬਸ ਵਿਕਰਮ ਸਿੰਘ ਜਿਹੜਾ ਨਾ ਉਹਦੇ ਨਾਲ ਸਾਡਾ ਬੜਾ ਪਿਆਰ ਸੀ। ਅੱਛਾ। ਉਹ ਜਿਹੜੇ ਨਾ ਰਾਮਚੰਦ ਲਾਲ ਸਿੰਘ ਆਪਣਾ ਰਾਮਚੰਦ ਜੀ ਜੀ, ਇਹਨਾਂ ਨਾਲ ਸਾਡਾ ਵਿਆਹ ਦਾ ਵੀ ਆਉਣ ਜਾਣ ਭਾਜੀ ਪੜਾਉਣਾ ਪੂਰੀ ਸਾਂਝ ਸੀ, ਮਤਲਬ ਪੂਰੀ ਸਾਂਝ ਸੀ। ਠੀਕ ਹੈ। ਸਾਡੀ ਇੱਕ ਵਾਰ ਗਈ ਮੇਰੀ ਮਾਈ ਗਈ ਉੱਥੇ ਪਿੰਡ ਮਿਲਣ। ਅੱਛਾ, ਇਹ ਕਿਹੜੇ ਪਿੰਡ ਤੋਂ ਸਨ ਭਲਾ? ਇਹ ਕਿਹੜੇ ਪਿੰਡ ਤੋਂ ਸਨ? ਯਾਰੀ ਦੇ। ਯਾਰੀ ਖਾਣੀ ਲੋਹਾਰ ਪਰ ਖਾਨ ਹਿੰਦੂ ਦੇ ਉਹਨਾਂ ਦੇ ਨਾਂ ਤੇ ਇੱਕ ਦਾ ਨਾਂ ਸੀ ਬੰਤਾ ਤੇ ਇੱਕ ਦਿਆਲ ਤੇ ਪਾਲ। ਅੱਛਾ। ਹਾਂ, ਉਹ 3-4 ਘਰ ਆਏ ਸਨ। ਠੀਕ ਹੈ। ਰੜਾ ਸੀ, ਬਾਬੂ ਸੀ, ਜਵਾਰ। ਹਾਂ, ਇਹ ਮਤਲਬ 5 ਜਣਾ ਜਿਹੜੇ ਸੀ ਨਾ ਹਿੰਦੂਆਂ ਦੇ। ਮੇਲੇ ਲੱਗੇ ਥੇ, ਮੱਲੇ ਲੱਗ ਚੂੜਪੁਰੇ ਮੇਲਾ ਲੱਗਦਾ ਸੀ। ਅੱਛਾ। ਰੋਸ਼ਨੀ ਦਾ ਮੇਲਾ ਲੁਧਿਆਣੇ ਲੱਗਦਾ ਸੀ। ਅੱਛਾ। 7 ਦਿਨ ਰਹਿਣ ਤੇ 3 ਦਿਨ ਜਨਾਨੀਆਂ ਦਾ, 3 ਦਿਨ 6 ਦਿਨ ਰਹਿਣ ਤੇ 3 ਦਿਨ ਬੰਦਿਆਂ ਦਾ, 3 ਦਿਨ ਜਨਾਨੀਆਂ ਦਾ। 7 ਦਿਨ ਮੇਲਾ ਰਹਿਣਾ? ਹਾਂ, 6-7 ਦਿਨ ਮੇਲਾ। ਰੋਸ਼ਨੀ ਦਾ ਮੇਲਾ ਕਹਿੰਦੇ ਉਹਨੂੰ। ਅੱਛਾ। ਯਾਰੀ ਦੋਸਤੀ ਤਾਂ ਬੜੀ ਸੀ, ਪਰ ਹੁਣ ਤਾਂ ਨਹੀਂ ਨਾ। ਪਰ ਗੁਰਦੇਵ ਸੀ। ਹਾਂ, ਗੁਰਦੇਵ ਆਪਣੇ ਪਿੰਡ ਦਾ ਹੀ ਸੀ? ਨਹੀਂ। ਅੱਛਾ। ਲੜਤੋਂ ਦਾ ਸਿੱਖਾਂ ਦਾ ਪਿੰਡ ਸੀ। ਅੱਛਾ। ਉੱਥੇ ਦਾ ਉਹ ਮੁੰਡੇ ਦਾ ਨਾਂ ਸੀ ਗੁਰਦੇਵ। ਹਾਂ। ਤੇ ਕੋਲ ਉੱਚਾ ਪਿੰਡ ਸੀ, ਉੱਥੇ ਦਾ ਉਹਦਾ ਬੰਦੇ ਦਾ ਨਾਂ ਸੀ ਜਾਗਰ। ਵਾਹ। ਉਹ ਜਿਹੜਾ ਜਾਗਰ ਸੀ ਉਹ ਰਾਤ ਨੂੰ ਆ ਕੇ ਸਾਡੇ ਪਿੰਡੋਂ ਨਾ ਗੋਸ਼ਤ ਗਾਸ਼ਤ ਵੀ ਖਾ ਜਾਂਦਾ ਵਾ। ਅੱਛਾ, ਠੀਕ ਹੈ। ਉਹਦੇ ਨਾਲ ਯਾਰੀ ਹੋਈ ਸੀ। ਸਹੀ ਸਹੀ। ਅਸੀਂ ਕੱਪੜੇ ਵੀ, ਬਿਸਤਰੇ ਵੀ, ਮੰਜੀਆਂ ਵੀ, ਹਰ ਸ਼ੈ ਗੱਡਿਆਂ ਦੇ ਲੱਗੇ ਲੱਦ ਲਈ। ਜੇ ਨਹੀਂ ਲੱਗੇ ਗਏ ਤੇ ਦਾਣੇ ਨਹੀਂ ਲੱਗੇ ਗਏ। ਦਾਣੇ ਸਨ ਬਾਤੇ। ਠੀਕ ਹੈ। ਸਾਡੇ ਅੰਦਰ ਉਹ ਜਿਹੜੇ ਸਾਡੇ ਪਿਆਰ ਵਾਲੇ ਸਨ ਨਾ ਬੰਦੇ, ਰਾਮਚੰਦ ਤੇ ਬਲਰਾਮ ਸਿੰਘ, ਲਾਲ ਸਿੰਘ, ਵਿਕਰਮ, ਅਸੀਂ ਚਾਬੀਆਂ ਉਹਨਾਂ ਨੂੰ ਦੇ ਕੇ ਆਏ ਆਪਣੇ ਗੱਲੇ ਦੀਆਂ। 40 ਬੋਰੀਆਂ ਸਾਡੀ ਸਾਰੋਂ ਪਈ ਸੀ ਵਿੱਚ। 40 ਬੋਰੀਆਂ ਚਣੇ ਪਏ ਸੀ। ਕੋਈ 500 ਮਣ ਕਣਕ ਪਈ ਸੀ। ਉਹ ਜੀ ਉਹ ਖੜਾ ਮੇਰੇ ਅੱਖਾਂ ਦੇ ਮੋਹਰੇ, ਮੈਂ ਚੁੰਡਾ ਬੰਨਿਆ ਤੇ ਕਿਰਪਾਨ ਪਾਈ। ਅੱਛਾ ਜੀ। ਕੱਚਾ ਪਾ ਤੇ ਬੂਹੇ ਦੇ ਅੱਗੇ ਖਲੋਤਾ। ਉਹ ਮੇਰੇ ਦੂਰੋਂ ਦੇਖ ਕੇ ਨਾ ਦੌੜ ਕੇ ਆ ਕੇ ਜਫੜੀ ਪਾਰੀ। ਅੱਛਾ। तो जरा बिक्रम सिंह ਨੂੰ ਲੈ ਕੇ ਆ, ਉਹਨੂੰ ਪੁੱਛਣ ਲੱਗਾ ਭਈ ਕਿਉਂ ਜਫੜੀ ਪਾਉਣਾ ਹੈ। ਇੱਥੇ ਸਾਰੇ 4 ਸਵੇਰੇ ਸਿੱਖ ਨੇ, ਅਸੀਂ 4 ਬੰਦੇ ਆ। ਜੇ ਇਹਨਾਂ ਨਾਲ ਕੋਈ ਚੰਗੀ ਮੰਦੀ ਹੋਵੇ ਫੇਰ ਕੌਣ ਭਰੇਗਾ। ਹੁਣ ਬੰਦ ਕਰਤਾ, ਉਹ ਦਿਨ ਵੀ ਡੁੱਬ ਗਿਆ। ਇੱਕ ਦਾ ਨਾਂ ਬਿਕਰਮ ਸੀ, ਇੱਕ ਦਾ ਨਾਂ ਕਰਤਾਰ ਸੀ। ਅੱਛਾ। ਇੱਕ ਦਾ ਨਾਂ ਬੰਤਾ ਸੀ ਤੇ ਇੱਕ ਦਾ ਨਾਂ ਬਿਕਰਮ। ਉਹ ਛੱਡ ਕੇ ਚਾਰੇ ਕੇ ਇਹਨਾਂ ਚੌਹਾਂ ਨੂੰ ਛੱਡ ਕੇ ਆਉਣਾ ਕੈਂਪ ਚ। ਅੱਛਾ। ਅਗਰ ਜੇ ਤੁਸੀਂ ਨਾ ਛੱਡ ਕੇ ਆਏ ਤਾਂ ਮੈਂ ਕਿਆਮਤ ਵਾਲੇ ਦਿਨ ਤੁਹਾਡੇ ਕੋਲੋਂ ਭਰਾਂ ਦੀ। ਓਹੋ, ਵਾਹ ਜੀ ਵਾਹ। ਇਹਨਾਂ ਦੀ ਨਿਗਰਾਨੀ ਕਰਨੀ ਹੈ। ਮੈਂ ਮਾਂ ਕਹਿਣ ਲੱਗੀ, ਉਹਨਾਂ ਦੀ ਮਾਂ ਕਹਿਣ ਲੱਗੀ। ਫਿਰ ਉਹ ਸਾਨੂੰ ਚੰਗੀ ਅੱਧੀ ਰਾਤ ਤਾਂ ਸੋਚਦੀ ਹੋਈ ਪਹਿਲਾਂ ਹੀ ਸੀ। ਫਿਰ ਸਾਨੂੰ ਨਾਲ ਲੈ ਕੇ ਆਇਆ ਤੇ ਫਿਰ ਲੁਧਿਆਣੇ ਕੈਂਪ ਛੱਡ ਕੇ ਗਏ। ਕੈਂਪ
ਜ਼ਿਲ੍ਹੇ ਵਾਲੇ ਦੇ ਵੀ थे, ਲੁਧਿਆਣੇ ਦੇ ਵੀ थे, ਜਲੰਧਰ ਦੇ ਵੀ थे। ਉਹ ਵਾਹ ਜੀ ਵਾਹ। ਬਹੁਤ ਵੱਡਾ ਕੈਂਪ ਸੀ। 3 ਜ਼ਿਲ੍ਹੇ ਇਕੱਠੇ ਹੋ ਗਏ ਜੀ ਉੱਥੇ। 3 ਜ਼ਿਲ੍ਹੇ ਇਕੱਠੇ ਹੋ ਗਏ। ਉਧਰੋਂ ਪਹਿਲਾ ਗੱਡਾ ਜਿਹੜਾ ਸੀ ਨਾ ਜੁੜਿਆ ਉਹ ਫਿਰੋਜ਼ਪੁਰ ਸੀ। ਅੱਛਾ। ਜਿਹੜਾ ਪਿਛਲਾ ਗੱਡਾ ਸੀ ਉਹ ਲੁਧਿਆਣੇ ਜੁਗਦਾ ਸੀ। ਇਹਦਾ ਲੰਮਾ ਕਾਫਲਾ। ਅੱਛਾ। ਉਹ ਜਿਹੜਾ ਸਾਡੇ ਗੁਆਂਢ ਸੀ ਉੱਚਾ ਪਿੰਡ। ਹਾਂਜੀ ਹਾਂਜੀ। ਬਾੜਿਆਲ ਦਾ। ਜੀ ਜੀ ਜੀ। ਉੱਚੇ ਪਿੰਡ। ਹਾਂ। ਉਹ ਮੈਨੂੰ ਪੁੱਛਦਾ ਕਿਹੜੇ ਪਿੰਡ ਦਾ? ਮੈਂ ਕਿਹਾ ਮੈਂ ਬਾੜਿਆਲ ਦਾ। ਅਖੇ ਮੈਂ ਨਹੀਂ ਤੈਨੂੰ ਗੋਲੀ ਮਾਰਨੀ। ਵਾਹ। ਉਹ ਮੈਨੂੰ ਜੱਫੇ 'ਚ ਲੈ ਲਿਆ। ਅੱਛਾ। ਜੱਫੇ 'ਚ ਲੈ ਕੇ ਤਾਂ ਗੱਡੇ को ਛੱਡ ਗਿਆ। ਆਖਣ ਲੱਗਾ ਪਮਾ ਡੰਗਰ ਭੁੱਖੇ ਮਰਨ, ਤੁਸੀਂ ਭੁੱਖੇ ਮਰੋ, ਸੜਕ ਨਹੀਂ ਛੱਡਣੀ। ਸੜਕ ਨਹੀਂ ਸੜਕੋਂ ਇੱਧਰ ਨਹੀਂ ਹੋਣਾ। ਤੁਸੀਂ ਪਿੰਡ ਭੋਣੇ ਵਾਲੀ ਜਦੋਂ ਆਏ ਹੋ, ਤੁਸੀਂ ਜਿਹੜੇ ਇੱਥੋਂ ਦੇ ਲੋਕ ਮੁਕਾਮੀ ਸਨ, ਉਹਨਾਂ ਕੋ ਕੀ ਕੁਝ ਸੁਣਿਆ ਕਿ 47 ਤੋਂ ਪਹਿਲੇ ਇੱਥੇ ਕਿਹੜੇ ਲੋਕ ਬਾਸ ਸਨ? ਸਿੱਖ ਵੀ ਰਹਿੰਦੇ ਸਨ ਇੱਥੇ? ਨਹੀਂ, ਉਹ ਇਹ ਸਾਰੇ ਮਜਾਰੇ ਸੇ ਮਾਲਕ ਸਿੱਖੀ ਜੇ। ਹਾਂ, ਭੋਣੇ ਵਾਲੀ ਪਿੰਡ ਜਿਹੜਾ 47 ਤੋਂ ਪਹਿਲੇ 100 ਘੁਮਾਂ ਦੇ 200 ਘੁਮਾਂ ਦੇ ਮਾਲਕ ਸਨ। ਅੱਛਾ। ਤੇ ਇਹ ਜਿੰਨੇ ਮੁਸਲਮਾਨ ਸਨ ਸਾਰੇ ਮਜਾਰੇ ਸਨ। अस्सलाम वालेकुम बाबा जी। वालेकुम सलाम रहमतुल्लाह व बरकातहू। बाबा जी की हाल? अल्हम्दुलिल्लाह, शुक्र अल्लाह दा। की नाम जी अपना? अतार रहीम। अताउर रहीम। हाँ जी। ठीक है। ਤੁਹਾਡੇ ਵਾਲਦ ਸਾਹਿਬ ਦਾ ਨਾਂ ਕੀ ਸੀ? अब्दुल सलाम। ਅਬਦੁਲ ਸਲਾਮ। ਤੇ ਬਾਬੇ ਦਾ ਨਾਂ ਦਾ ਪਤਾ? ਦਾਦੇ ਦਾ? बरकत अली। ਬਰਕਤ ਅਲੀ। हाँ जी। ਤੁਸੀਂ ਇਸ ਵੇਲੇ ਕਿਹੜੇ ਪਿੰਡ 'ਚ ਬੈਠੇ ਹੋ? पूना वाली। ਭੂਣਾ ਵਾਲੀ। ਜ਼ਿਲ੍ਹਾ ਸਿਆਲਕੋਟ ਲੱਗਦਾ ਇਹਨੂੰ? जिला सियालकोट। ਤੇ ਤਹਿਸੀਲ? तहसील भी जी डस्का। ਤਹਿਸੀਲ ਡਸਕਾ। ਠੀਕ ਹੈ। ਬਾਬਾ ਜੀ ਤੁਸੀਂ 1947 ਵੇਲੇ ਆਏ ਆਪਣਾ ਇੰਡੀਆ ਪੰਜਾਬ ਤੋਂ। जी ਠੀਕ ਹੈ ਜੀ। जी। ਤੇ ਉਹਦੇ ਬਾਰੇ ਤੁਹਾਡੇ ਨਾਲ ਸਾਰੀਆਂ ਗੱਲਾਂ ਕਰਾਂਗੇ। ਕਿਸ ਤਰ੍ਹਾਂ ਤੁਸੀਂ ਉਹ ਉੱਥੇ ਆ ਪਿੰਡ ਦੇ ਵਿੱਚ ਤੁਹਾਡਾ ਵਸੇਬਾ ਸੀ, ਪਿੰਡ 'ਚ ਰਹਿਣ ਬਹਿਣ ਕਿਸ ਤਰ੍ਹਾਂ ਦਾ ਸੀ। ਫਿਰ ਉਸ ਤੋਂ ਬਾਅਦ ਜਦੋਂ ਆਪਣਾ 47 ਆਈ ਏ, ਕਿਸ ਤਰ੍ਹਾਂ ਤੁਸੀਂ ਆਪਣਾ ਘਰ ਬੂਆ ਛੱਡਿਆ, ਇਹ ਸਾਰੀਆਂ ਗੱਲਾਂ ਤੁਹਾਡੇ ਤੋਂ ਪੁੱਛਾਂਗੇ। ਠੀਕ ਹੈ ਜੀ। ਆਪਣੀ ਬਰਾਦਰੀ ਕਿਹੜੀ ਹੈ ਜੀ? अवान। ਅਵਾਨ। ਠੀਕ ਹੈ। सारा पिंडी बना था। ਅੱਛਾ। ते ਨਹੀਂ, ਸਭ ਤੋਂ ਪਹਿਲੇ ਤੁਸੀਂ ਆਪਣੇ ਪਿੰਡ ਦਾ ਨਾਮ ਦੱਸੋ, ਪਿਛਲਾ ਐਡਰੈਸ। बाड़ियाल। ਬਾੜੇ ਵਾਲਾ। बाड़ियाल अवाना दा। ਅਵਾਨਾ ਦਾ। लुधियाने ਦੇ ਮੁੰਡ ਸੀ 2 ਮੀਲ ਤੇ ਲਹਿੰਦੇ ਪਾਸੇ। ਅੱਛਾ, ਮਤਲਬ ਲੁਧਿਆਣੇ ਸ਼ਹਿਰ ਤੋਂ 2 ਹਾਂਜੀ, ਮੀਲ ਤੇ ਹਾਂਜੀ। ਸੀ। ਠੀਕ ਹੈ। ਹਾਂਜੀ। ਦੱਸੋ ਆਪਣੇ ਪਿੰਡ ਬਾਰੇ। ਬਾੜੇ ਵਾਲਾ ਪਿੰਡ ਕਿੱਡਾ ਕੁ ਵੱਡਾ ਸੀ, ਹੋਰ ਉੱਥੇ ਕਿਹੜੀ ਕਿਹੜੀ ਬਰਾਦਰੀ ਵਸਦੀ? ਪਿੰਡ ਬਾੜਿਆਲ ਸਾਰੇ ਅਵਾਨਾ ਦਾ ਪਿੰਡ ਸੀ। ਅੱਛਾ। ਜੋ ਚਮਾਲ ਦੀ ਹੁੰਦੀ ਸੀ, ਚਮਾਰ ਜਿਹੜੇ ਹੁੰਦੇ ਸੀ ਉਹ ਹਾਂ ਹਾਂ। ਨਾ ਉਹ ਹਿੰਦੂ ਥੇ ਨਾ ਮੁਸਲਮਾਨ ਥੇ। ਅੱਛਾ ਉਹ ਰਹਿੰਦੇ ਹੁੰਦੇ ਸੀ ਮਰਦਾਰ ਮਜ਼ਦੂਰ ਚੁੱਕਣ ਵਾਲੇ ਉਹ ਸੀ। ਅੱਛਾ। ਅੱਛਾ, ਉਸ ਤੋਂ ਬਾਅਦ ਹੁਣ ਮੈਂ ਆਪਣੇ ਕੋਲੋਂ ਵੀ ਕੁਝ ਨੂੰ ਗੱਲਾਂ ਦੱਸਾਂਗਾ। ਜੀ ਜੀ ਜੀ, ਸਾਰੀਆਂ ਗੱਲਾਂ ਤੁਹਾਡੇ ਪੁੱਛਾਂ। ਕੰਮ ਅੱਛਾ ਅੱਛਾ। ਇਹ ਜਦੋਂ ਪਾਕਿਸਤਾਨ ਦਾ ਮੁੰਡ ਵੱਜਾ ਨਾ। ਨਹੀਂ ਨਹੀਂ, ਪਹਿਲੇ ਅਸੀਂ ਗੱਲ ਕਰਨੀ 10-12 ਮਿੰਟ ਜਿਹੜਾ ਪਿੰਡ ਬਾੜੇ ਵਾਲੇ ਸੀ ਨਾ ਉਹਦੇ ਬਾਰੇ। ਠੀਕ ਹੈ। ਮਤਲਬ ਪਿੰਡ 'ਚ ਦੁਕਾਨਦਾਰੀ ਜਿਹੜੇ ਲੋਕ ਕਰਦੇ ਸਨ ਉਹ ਕੌਣ ਸਨ, ਤੁਹਾਡੇ ਆਪਣੀ ਜ਼ਮੀਨ ਕਿੰਨੀ ਸੀ, ਕਿਹੜੀ ਕਿਹੜੀ ਫਸਲ ਹੁੰਦੀ ਸੀ ਇਲਾਕੇ ਦੇ ਵਿੱਚ, ਹੈਨਾ। ਇਹ ਪਹਿਲੇ ਇਹਨਾਂ ਗੱਲਾਂ ਤੇ ਰੋਸ਼ਨੀ ਪਾਓ, ਚਾਨਣ ਪਾਓ। ਜਿਹੜੇ ਸਾਡੇ ਪਿੰਡ ਦੇ ਦੁਕਾਨਦਾਰ ਦਾ ਜਿੰਨੇ ਥੇ ਨਾ ਸਭ ਸਾਡੀ ਬਰਾਬਰੀ ਸੀ। 2-4 ਦੁਕਾਨਾਂ ਅੱਛਾ। ਪਿੰਡ ਦੇ ਵਿੱਚ ਅਵਾਨਾ ਦੀਆਂ। ਠੀਕ ਹੋ ਗਿਆ। ਹੋਰ ਕੋਈ ਕੌਮ ਸੋਂ ਦੁਕਾਨਦਾਰ ਅਵਾਨੀ थे। ਅੱਛਾ। ਇਹ ਬੰਦੇ ਇਹਨਾਂ ਦੇ ਫੌਜ ਵਿੱਚ ਬਹੁਤੇ थे। ਅੱਛਾ ਅੱਛਾ। फौज चले गए थे। फिर थोड़ी जगह खाद को तो वो ही पढ़ते थे आके वो दुकानदार। उदू बाद दे विच पिंड साडा चंगा बड़ा था। जो असीं उठे हैं ना। किन्ने घर सन अपने पिंड च टोटल? मोटा अंदाजा तुहाडा? 500 होगा। ओ अच्छा, बल्ले बल्ले बल्ले। मतलब ठीक ठाक बड़ा पिंड सी? बड़ा पिंड। अच्छा, तो किन्ने नंबरदार सन? नंबरदार किन्ने सन? 4 नंबरदार, 4 मसीतां। वाह, 4 पत्तियां ते 4 ही मस्जिदां। अच्छा, ते नंबरदारां दे नाम याद ने तुहानू? हाँ जी। की नाम सन? एक दा नाम खुशिया, एक दा नाम इसमाइल, एक दा नाम थी नंबरदार खालक नंबरदार, एक हसना नंबरदार। अच्छा, चारों ही मुसलमान सन? चार ही मुसलमान। ते ज्यादा अवान ही। अच्छा अच्छा। ते और दूसरे लोग भी रहंदे सन, हिंदू खत्री या सिखां विचों कोई घर है? नहीं, लोहारां दे घर है सन हिंदुआं दे। लोहारां दे। अच्छा, लोहार तरखान हिंदू? हाँ, लोहार तरखान हिंदू थे। उन्हां दे नाम से एक दा नाम थी बंता। बंता ते एक दयाल ते पाल। अच्छा। हाँ, वो 3-4 घर है सन। ठीक है। रड़ा सी, बाबू सी, लोहार।
ਹਾਂ ਇਹ ਮੈਂ ਤੈਨੂੰ 5 ਜਣਾ ਜਿਹੜੇ ਦੱਸੇ ਨਾ ਇਹ ਹਿੰਦੂਆਂ ਦੇ ਅੱਛਾ ਮਤਲਬ ਲੁਹਾਰਾਂ ਦੇ ਸੇਬ ਤੇ ਕੰਮ ਕਰਦੇ ਸਨ। ਹਾਂਜੀ ਸੇਬ ਦੇ ਕੰਮ ਕਰਦੇ। ਠੀਕ ਹੈ, ਤੁਸੀਂ ਵੀ ਉਹਨਾਂ ਕੋਲ ਹੀ ਕੰਮ ਕਰਵਾਉਣਾ? ਅਸੀਂ ਬਿਨਾਂ ਕੋਈ ਤੇ ਵਧੀਆ ਸਲੂਕ ਸੀ ਉਹਨਾਂ ਦੇ ਨਾਲ? ਵਧੀਆ ਸਲੂਕ। ਹਾਂ ਅੱਛਾ ਉਹਦੀਆਂ ਤੱਕ ਹੀ ਸਲੂਕ ਚੰਗਾ ਰਿਹਾ। ਅੱਛਾ ਅੱਛਾ ਠੀਕ ਹੈ। ਜ਼ਮੀਨ ਬਾਰੇ ਦੱਸੋ, ਆਪਣੀ ਜ਼ਮੀਨ ਕਿੰਨੀ ਸੀ ਪਿੱਛੇ? ਸਾਡੀ ਜ਼ਮੀਨ ਦੀ 27 ਪੈਲੀਆਂ। ਅੱਛਾ ਆਪਣੀ ਸਾਡੀ ਘਰ ਦੀ ਮਾਲਕੀ ਜੀ। 27 ਮਾਲਕੀ ਸਾਡੀ 27 ਕਮਾ ਸਾਡੀ ਆਪਣੀ ਮਾਲਕੀ ਸੀ। ਅੱਛਾ ਇਹਦੇ ਸਾਨੂੰ ਲੱਭੀ 18 ਪੈ ਗਈਆਂ। ਉਹ ਜ਼ਮੀਨ ਕੁਝ ਬਰਾਨੀ ਸੀ ਨਾ, ਉਹਦੇ ਨੰਬਰ ਘੱਟ ਸੇ, ਇਧਰ ਨੰਬਰ ਜ਼ਿਆਦਾ ਸੀ। ਠੀਕ ਠੀਕ, ਇਸ ਮਾਰਿਆਂ ਘੱਟ ਲੱਗੀ, ਪੂਰੀ ਨਹੀਂ ਪਈ। ਸਹੀ। ਹਾਂਜੀ ਠੀਕ ਹੈ। ਤੇ ਬਾਬਾ ਜੀ ਉੱਥੇ ਕੋਈ ਖੂਹ ਵੀ ਆਇਆ ਸੀ ਆਪਣਾ? ਹਾਂਜੀ ਖੂਹ ਵੀ ਹੈ। ਅੱਛਾ, ਉਹਦੀ ਹੱਲ ਕੀ ਸੀ? ਹਾਲ ਖੂਹ ਇਹੋ ਖੂਹਾਂ ਦਾ ਹਾਲ ਸੀ। ਅੱਛਾ ਉਹ ਪੁਰਾਣੇ ਦਾ ਖੂਹ ਨਵੇਂ ਖੂਹ ਲਾਏ ਉਹਦੇ। ਹਾਂ ਮੋਟੇ ਮੋਟੇ ਮਸ਼ਹੂਰ ਖੂਹ ਹਨ ਜਿਹੜੇ ਪਿੰਡ ਬਾੜੇ ਵਾਲੀ ਦੇ। ਬਾਹਰ ਦਾ ਖੂਹ, ਨਵਾਂ ਖੂਹ, ਚਾਲੀਆਂ ਵਾਲਾ ਖੂਹ। ਅੱਛਾ ਤੇ ਇਸੇ ਤਰ੍ਹਾਂ ਬੰਦਿਆਂ ਦੇ ਨਾਮਾਂ ਦੇ ਖੂਹ ਦੇ। ਅੱਛਾ ਅੱਛਾ ਮੁਹੰਮਦ ਵਾਲਾ ਖੂਹ। ਬਸ ਇਹ ਤਰ੍ਹਾਂ ਦੇ ਚਾਰ। ਠੀਕ ਹੈ। ਤੇ ਜਿਹੜੀ ਤੁਸੀਂ ਫਸਲ ਬੀਜਦੇ ਸੋ ਤੁਹਾਡੇ ਬਜ਼ੁਰਗ? ਹਾਂਜੀ ਉਹ ਜਿਹੜੀ ਫਸਲ ਬੀਜਦੇ, ਸਰੋਂ ਬੀਜਦੇ, ਸਰੋਂ ਵੀ ਬਥੇਰੀ ਹੋ ਜਾਂਦੀ ਸੀ। ਤੇ ਕਣਕ, ਅੱਛਾ ਚਣੇ, ਮੂੰਗਫਲੀ, ਹੋਰ ਵੀ ਫਸਲਾਂ ਜਿਹੜੀਆਂ ਛੋਟੇ ਛੋਟੇ ਜ਼ਿਮੀਂਦਾਰਾਂ ਦੀਆਂ ਫਸਲਾਂ ਦੀਆਂ। ਮੁੰਜੀ ਸੁੰਜੀ ਨਹੀਂ ਸੀ ਲੱਗਦੀ? ਨਹੀਂ ਮੁੰਜੀ ਨਹੀਂ ਸੀ ਲੱਗਦੀ। ਖੂਹਾਂ ਦੀ ਵਾਈ ਸੀ, ਪਾਣੀ ਨਹੀਂ ਪੂਰਾ ਹੁੰਦਾ। ਹਾਂ ਖੂਹਾਂ ਦਾ ਵਾਈ। ਸਹੀ। ਕਿੰਨੀ ਉਮਰ ਸੀ ਆਪਣੀ ਉਸ ਵੇਲੇ? ਮੈਂ ਜਿਸ ਵੇਲੇ ਪਾਕਿਸਤਾਨ ਚ ਆਇਆ ਉਸ ਵੇਲੇ ਮੇਰੀ 24 ਸਾਲ ਦੀ ਉਮਰ ਸੀ। ਓ ਵਾਹ, ਅੱਛਾ। ਹੁਣ ਮੇਰੀ ਇਸ ਵੇਲੇ ਉਮਰ ਹੈ 94 ਸਾਲ। ਵਾਹ ਜੀ ਵਾਹ, ਵਾਹ ਜੀ। ਠੀਕ ਠੀਕ ਹੈ। ਤੇ ਆਪਣਾ ਮਾਲ ਡੰਗਰ ਵੀ ਆਇਆ ਸੀ, ਦੁੱਧ ਸ਼ੁੱਧ ਘਰ? ਹਾਂਜੀ ਮਾਲ ਡੰਗਰ, ਮੱਝਾਂ ਰੱਖੀਆਂ, ਢੱਗੇ ਰੱਖੇ, ਬਾਈਆਂ ਕਰਦੇ ਲੋਕ। ਅੱਛਾ ਬੜੀਆਂ ਸੋਹਣੀਆਂ। ਠੀਕ ਠੀਕ। ਤੁਸੀਂ ਸਕੂਲ ਗਏ? ਨਾ ਉਦੋਂ ਸਕੂਲ ਹੈ ਹੀ ਨਹੀਂ ਸੋ। ਉਹ ਪੂਰਾ ਪਿੰਡ ਵੱਡਾ ਵੀ ਹੋਵੇ ਛੋਟਾ ਵੀ ਹੋਵੇ, ਪੜ੍ਹੇ 2-4 ਹੀ ਨਿਕਲਦੇ। ਉਹ ਵੀ ਕੋਈ ਜਿਹਨਾਂ ਦਾ ਮਾਂ ਬਾਪ ਨੌਕਰ ਹੋਣ ਨਾ, ਉਹ ਬਾਹਰ ਰਹਿ ਜਾਂਦੇ ਪੜ੍ਹਦੇ, ਤੇ ਬਾਕੀ ਸਾਰਾ ਪਿੰਡ ਹੀ ਨੂੰ ਪੜ੍ਹਾਉਂਦਾ। ਅੱਛਾ ਅੱਛਾ, ਮਤਲਬ ਵਾਈ ਬੀਜੀ ਕਰਨ ਵਾਲੇ? ਹਾਂ ਵਾਈ ਬੀਜੀ ਕਰਨ ਵਾਲੇ। ਠੀਕ ਹੈ ਠੀਕ ਹੈ, ਸਹੀ ਹੈ। ਤੇ ਬਾਬਾ ਜੀ ਅਗਰ ਸਕੂਲ ਹੈ ਸੀ ਤਾਂ ਆਪਣੇ ਪਿੰਡ ਚ ਹੈ ਸੀ ਕਿ ਜਾਂ ਕਿਤੇ ਨਾਲ? ਨਹੀਂ ਹੈ ਹੀ ਨਹੀਂ। ਆਪਣੇ ਪਿੰਡ ਚ ਨਾਲ ਸਾਹਿਬ ਅਗਲੇ ਪਿੰਡ ਚ, ਉੱਥੇ ਜਾਂਦੇ 2-4 ਮੁੰਡੇ ਪੜ੍ਹਨ, ਉਹ ਪੜ੍ਹਨੇ ਗਏ ਸੀ। ਬਾਕੀ ਹੋਰ ਸਕੂਲ ਪਿੰਡ ਚ ਕੋਈ ਨਹੀਂ। ਕੀ ਪਿੰਡ ਦਾ ਨਾਮ ਦੱਸਿਆ ਤੁਸੀਂ? ਬਾੜੇ ਵਾਲਾ ਵਾਣਾ। ਬਾੜੇ ਵਾਲਾ ਵਾਣਾ ਦਾ। ਇਹਦੇ ਜਿਹੜੇ 4 ਚੁਫੇਰੇ ਪਿੰਡ ਸਨ ਨਾਲ ਲੱਗਦੇ, ਉਹਨਾਂ ਦੇ ਨਾਂ ਸਾਨੂੰ ਦੱਸੋ। ਉਹਨਾਂ ਨੂੰ ਨਾਮ ਦੱਸ। ਹਾਂ ਦੱਸੋ। ਪਹਿਲਾਂ ਪਿੰਡ ਪੁੱਛਦਾ ਸਿੱਖਾਂ ਦੇ, ਜਿੰਨੇ ਪਿੰਡ ਸਿੱਖਾਂ ਦੇ ਸਾਰੇ 4 ਚੁਫੇਰੇ। ਅੱਛਾ ਜੀ। ਆ ਮੁਸਲਮਾਨਾਂ ਪਿੰਡ ਕੋਈ ਉੱਚਾ ਪਿੰਡ, ਉਹ ਵੀ ਸਿੱਖਾਂ ਦਾ। ਤਰੀਕੇ ਉਹ ਵੀ ਸਿੱਖਾਂ ਦੇ। ਯਾਲੀ ਉਹ ਵੀ ਸਿੱਖਾਂ ਦੀ, ਛੋਟੀ ਵਾਲੀ ਉਹ ਵੀ ਸਿੱਖਾਂ ਦੀ, ਬੱਦੋਵਾਲ ਉਹ ਵੀ ਸਿੱਖਾਂ ਦਾ, ਤੇ ਲੜਤੋਂ ਉਹ ਵੀ ਸਿੱਖਾਂ ਦੀ, ਤੇ ਕੋਲ ਸੀ ਜਸੀਆਂ ਉਹ ਮੁਸਲਮਾਨਾਂ ਪਿੰਡ ਦਾ, ਕਾਸਾਬਾਦ ਉਹ ਵੀ ਮੁਸਲਮਾਨਾਂ ਦਾ ਪਿੰਡ ਸੀ। ਬਸ ਠੀਕ ਹੈ ਠੀਕ ਹੈ। ਤੇ ਤੁਹਾਡੇ ਵਾਲਦ ਸਾਹਿਬ ਜਾਂ ਤੁਹਾਡੇ ਜਿਹੜੇ ਬਜ਼ੁਰਗ ਸਨ, ਦਾਦਾ ਜਾਨ, ਇਹਨਾਂ ਦੀ ਕਿਤੇ ਕੋਈ ਬਾਹਰ ਵੀ ਸਾਂਝ ਹੈ ਸੀ ਕਿਸੇ ਆਪਣਾ ਸਿੱਖ ਨਾਲ ਜਾਂ ਕਿਸੇ ਹਿੰਦੂ ਨਾਲ? ਬੜੀ ਸਾਂਝ ਸੀ। ਅੱਛਾ, ਕੋਈ ਐਸਾ ਨਾਂ ਤੁਹਾਨੂੰ ਯਾਦ ਜਿਹਦੇ ਨਾਲ ਬੜੀ ਯਾਰੀ ਸੀ ਤੁਹਾਡੇ ਫਾਦਰ ਜੀ ਦੀ? ਅੱਛਾ, ਸਾਰੇ ਯਾਦ। ਕੀ ਨਾਮ ਬੜਦੇ ਜੀ? ਹਾਂ ਜਿਹੜਾ ਉਹਨਾਂ ਸਿੱਖਾਂ ਚੋਂ ਵੱਡਾ ਜਿਹਾ 3 ਭਰਾ ਸਨ। ਅੱਛਾ। ਜਿਹੜਾ ਵੱਡਾ ਸੀ ਉਹ ਸੀ ਰਾਮਚੰਦ। ਉਦੋਂ ਛੋਟਾ ਸੀ ਬਰਿਆਮ ਸਿੰਘ। ਅੱਛਾ। ਉਦੋਂ ਛੋਟਾ ਸੀ ਲਾਲ ਸਿੰਘ। ਉਦੋਂ ਛੋਟਾ ਸੀ ਉਹਨਾਂ ਦਾ ਮੁੰਡਾ ਸੀ ਬਿਕਰਮ। ਅੱਛਾ ਅੱਛਾ। ਬਿਕਰਮ ਦੇ ਹੁਣ ਮੁੰਡੇ ਨੇ ਇੱਕ ਕਬੀਰ ਹੁੰਦਾ ਹੈ, ਟੈਲੀਫੋਨ ਤੇ ਪਤਾ ਲੱਗਾ ਸਾਨੂੰ ਪਿਓ ਹੁੰਦਾ ਇੰਗਲੈਂਡ। ਅੱਛਾ ਜੀ। ਤੇ ਇੱਕ ਮੁੰਡਾ ਪਿੰਡ ਹੀ ਹੁੰਦਾ, ਉਹਨਾਂ ਜ਼ਮੀਨ 10-12 ਕਿੱਲੇ ਖਰੀਦੀ ਹੈ। ਠੀਕ ਹੈ। ਬਿਕਰਮ ਸਿੰਘ ਜਿਹੜਾ ਨਾ, ਉਹਦਾ ਸਾਡਾ ਬੜਾ ਪਿਆਰ ਸੀ। ਅੱਛਾ। ਉਹ ਜਿਹੜੇ ਨਾ ਰਾਮਚੰਦ, ਲਾਲ ਸਿੰਘ, ਆਪਣਾ ਰਾਮਚੰਦ ਜੀ ਜੀ, ਇਹਨਾਂ ਨੂੰ ਸਾਡਾ ਵਿਆਹ ਦਾ ਵੀ ਆਉਣ ਜਾਣ ਭਾਜੀ ਪੜਾਉਣਾ ਪੂਰੀ ਸਾਂਝ ਸੀ, ਮਤਲਬ ਪੂਰੀ ਸਾਂਝ ਸੀ। ਠੀਕ ਹੈ। ਸਾਡੀ ਇੱਕ ਵਾਰ ਗਈ, ਮੇਰੀ ਮਾਈ ਗਈ ਉੱਥੇ ਪਿੰਡ ਮਿਲਣ। ਅੱਛਾ। ਇਹ ਕਿਹੜੇ ਪਿੰਡ ਤੋਂ ਸਨ ਭਲਾ? ਇਹ ਕਿਹੜੇ ਪਿੰਡ ਤੋਂ ਸਨ? ਯਾਰੀ ਦੇ। ਯਾਲੀ। ਅੱਛਾ, ਉਸ ਪਿੰਡ ਦੇ? ਉਸ ਪਿੰਡ ਗਈ ਤਾਂ ਉਹ ਜਿਹੜਾ ਸੀ ਨਾ ਰਾਮਚੰਦ, ਉਹਦੇ ਟੱਬਰ ਦਾ ਨਾਂ ਸੀ ਪੰਜਾਬੋ। ਅੱਛਾ। ਪੰਜਾਬ ਕੋਲ ਉਹਦਾ ਨਾਮ ਪੰਜਾਬ ਕੋਲ ਸੀ, ਤੇ ਪੰਜਾਬੋ ਕਹਿੰਦੇ। ਵਾਹ ਜੀ ਵਾਹ। ਠੀਕ। ਉੱਥੇ ਉਹ ਮਿਲਣ ਗਈ ਤਾਂ ਮੇਰੀ ਮਾਈ ਆਉਂਦੀ ਹੈ ਉਹਨੂੰ ਬਰਿਆਮ ਸਿੰਘ ਨੂੰ, ਇੱਕ ਬਾਹਮਣ ਦੇ ਕੋਲ ਝੋਟੀ ਸੀ ਬੜੀ ਵਧੀਆ। ਅੱਛਾ। ਪਹਿਲਣ ਆਖੇ ਬਰਿਆਮ ਸਿੰਘ ਆ ਝੋਟੀ ਚਾਹੀਦੀ ਹੈ। ਆਖੇ ਅੱਛਾ ਜਾ ਭੈਣ ਮੇਰੀ ਇਹ ਲੱਭ ਜਾਊਗੀ। ਮਾਈ ਮੇਰੀ ਘਰ ਆ ਗਈ, ਤੇ ਦੂਜੇ ਦਿਨ ਬਰਿਆਮ ਸਿੰਘ ਝੋਟੀ ਦੇ ਘਰ ਆ ਗਿਆ।
ਵਾਹ, ਇੰਨਾ ਪਿਆਰ ਸਾਡਾ ਉਹਨਾਂ ਨਾਲ ਆਉਣ ਜੀ ਜਾਣ। ਜੀ ਜੀ, ਠੀਕ ਠੀਕ। ਫਿਰ 3 ਮਹੀਨੇ ਅਸੀਂ ਕੈਂਪ 'ਚ ਰਹੇ ਹਾਂ। 3 ਮਹੀਨੇ ਸਾਨੂੰ ਰਾਸ਼ਨ ਘਰੋਂ ਦਾਣੇ ਮਸ਼ੀਨ ਤੇ ਪਿਆ ਕੇ ਅੱਛਾ, ਤੇ ਉਹ ਕੈਂਪ 'ਚ ਦੇ ਕੇ ਜਾਂਦੇ ਗਏ। ਅੱਛਾ ਚੁੱਪ ਚੰਦ। ਚਲੋ ਅਸੀਂ ਇਸ ਗੱਲ ਵੱਲ ਵੀ ਆਨੇ ਆ। ਤੇ ਹੋਰ ਕੋਈ ਮੇਲਾ ਸ਼ੇਲਾ ਲੱਗਦਾ ਸੀ ਆਪਣੇ ਪਿੰਡ 'ਚ? ਨਹੀਂ, ਅੱਛਾ, ਨਾਲ ਦੇ ਕਿਤੇ ਪਿੰਡ 'ਚ ਵਿਸਾਖੀ? ਮੇਲੇ ਲੱਗਦੇ ਥੇ, ਆਹ ਮੇਲੇ ਲੱਗ ਚੂੜਪੁਰੇ ਮੇਲਾ ਲੱਗਦਾ ਸੀ। ਅੱਛਾ ਰੋਸ਼ਨੀ ਦਾ ਮੇਲਾ ਲੁਧਿਆਣੇ ਲੱਗਦਾ ਸੀ। ਅੱਛਾ 7 ਦਿਨ ਰਹਿਣ ਤੇ 3 ਦਿਨ ਜਨਾਨੀਆਂ ਦਾ, 3 ਦਿਨ 6 ਦਿਨ ਰਹਿਣ ਤੇ 3 ਦਿਨ ਬੰਦਿਆਂ ਦਾ, 3 ਦਿਨ ਜਨਾਨੀਆਂ ਦਾ। 7 ਦਿਨ ਮੇਲਾ ਰਹਿਣਾ? ਹਾਂ 6-7 ਦਿਨ ਮੇਲਾ। ਰੋਸ਼ਨੀ ਦਾ ਮੇਲਾ ਕਹਿੰਦੇ ਉਹਨੂੰ। ਅੱਛਾ ਅੱਛਾ। ਲਾਮ ਦੇ ਪਿੰਡਾਂ ਤੋਂ ਵੀ ਇਕੱਠ ਹੋਣਾ? ਬੜਾ ਇਕੱਠ, ਰਸ਼ ਦਾ ਕੋਈ ਹਿਸਾਬ ਹੀ ਨਹੀਂ ਸੁਣਦਾ। ਸ਼ਹਿਰ ਭਰਿਆ ਹੁੰਦਾ, ਸਾਰਾ ਮੁਲਕ ਆਉਂਦਾ ਉੱਥੇ। ਬਹੁਤ ਵੱਡਾ ਮੇਲਾ ਲੱਗਦਾ। ਜੀ ਜੀ, ਠੀਕ ਹੈ ਠੀਕ ਹੈ। ਤੁਸੀਂ ਦੱਸਿਆ ਕਿ ਚਾਰ ਚੁਫੇਰੇ ਜਿਹੜੇ ਪਿੰਡ ਸਨ ਉਹ ਸਿੱਖਾਂ ਦੇ ਸਨ ਵਿਆਹ। ਤੇ ਵਿਚਕਾਰ ਸੀ ਜਨਾਬ ਹਾਂਜੀ। ਪਾੜੇ ਵਾਲਾ ਵਾਣਾ ਦਾ ਤੁਹਾਡਾ ਪਿੰਡ। ਹਾਂਜੀ। ਤੇ ਕਿਸੇ ਗੱਲ ਨੂੰ ਲੈ ਕੇ, ਜਿਸ ਤਰ੍ਹਾਂ ਮਤਲਬ ਕਿ ਕੁਰਬਾਨੀ ਨੂੰ ਤੁਸੀਂ ਲੈ ਲਓ, ਤੁਹਾਨੂੰ ਹੈ ਸੀ ਆਜ਼ਾਦੀ? ਨਹੀਂ ਆਪਣੇ ਨਹੀਂ, ਪਿੰਡ ਆਜ਼ਾਦੀ ਸਨ। ਆਜ਼ਾਦੀ ਸੀ? ਅਸੀਂ ਸਾਹਮਣੇ ਕਰ ਲਏ ਸਿੱਖਾਂ ਦੇ ਕੁਰਬਾਨੀਆਂ ਵੀ। ਅੱਛਾ। ਤੇ ਗੋਸ਼ਤ ਖਾਣਾ ਤਾਮੀ ਦੇਖੋ, ਅਸੀਂ ਇੱਧਰ ਪੱਤੀਆਂ ਪਾ ਲੈਨੇ ਆ, ਪੱਤੀਆਂ ਪਾਉਣੀਆਂ, ਕੱਟਾ ਬੱਚਾ ਰਾਜ ਕਰ ਲੈਣਾ। ਅੱਛਾ ਸਿੱਖਾਂ ਨੂੰ ਕੋਲ ਵੀ ਜਾਣਾ, ਦੱਸਿਆ ਆਖਣਾ ਮੀਆਂ ਕੀ ਹੈ ਤੁਹਾਨੂੰ ਸਵਾਦ, ਮਿੱਟੀ ਦਾ ਸਵਾਦ ਕੀ ਆਉਂਦਾ, ਇਹ ਗੱਲ ਕਹਿ ਕੇ ਗਾਹਾਂ ਲੰਘ ਜਾਣਾ। ਅੱਛਾ ਅੱਛਾ। ਪਿੰਡ ਵੱਡਾ ਸੀ, ਜ਼ੋਰ ਵਾਲਾ ਸੀ, ਬੰਦੇ ਹਾਂ। ਤਕੜੇ ਸੀ, ਠੀਕ ਠੀਕ। ਪਰਵਾਹ ਨਾ ਸੀ। ਠੇਕਾ ਸੀ ਪੂਰਾ? ਠੀਕ। ਹਾਂਜੀ, ਕਹਿਤਾ ਪੂਰਾ ਜੀ ਜੀ ਜੀ, ਸਹੀ ਹੈ ਸਹੀ। ਤੇ ਸ਼ਹਿਰ ਤੁਹਾਨੂੰ ਲੱਗਦਾ ਸੀ ਲੁਧਿਆਣਾ? ਲੁਧਿਆਣਾ। ਵਿਆਹਾਂ ਸ਼ਾਦੀਆਂ ਤੇ ਲੀੜਾ ਲੱਤਾ ਲੈਣ ਵਾਸਤੇ ਹਾਂਜੀ, ਤੁਸੀਂ ਉੱਥੇ। ਲੁਧਿਆਣੇ ਸ਼ਹਿਰ ਦਾ ਰੁਖ ਕਰਦੇ ਹੋ? ਜੀ ਹਾਂ। ਠੀਕ। ਤੁਸੀਂ ਵੇਖਿਆ ਲੁਧਿਆਣਾ ਤੁਹਾਨੂੰ? ਹਾਂਜੀ ਹਾਂਜੀ। ਅੱਛਾ। ਮੈਂ ਗੱਭਰੂ ਦਾ ਲੁਧਿਆਣੇ। ਹਾਂ, ਉਹ ਤੇ ਮੇਲਾ ਜਾਰੀ ਵੀ ਬਾਤ ਹੈ। ਦੇਖਿਆ, ਗੱਭਰੂ ਪਿੰਡ ਵੀ ਦੇਖਿਆ। ਕੋਈ ਵਿਆਹ ਸ਼ਾਹ ਖਾਦਾ ਉਧਰ ਦੀ? ਤੁਹਾਨੂੰ ਹਾਂਜੀ, ਸੁਣਾਓ, ਬੜੇ ਵਿਆਹ ਖਾਧੇ। ਕੀ ਤੌਰ ਤਰੀਕੇ ਸਨ ਉਸ ਵੇਲੇ? ਉਹ ਤੌਰ ਤਰੀਕੇ ਹੁੰਦੇ ਸੀ, ਉਹ ਜਿਹੜੇ ਵਿਆਹ ਸੀ ਨਾ, ਉਹ ਇੱਧਰ ਤਾਂ ਹੁਣ ਗਾਲੀ ਛੱਡ ਲੈਣਾ। ਹਾਂਜੀ, ਉਹ ਤਾਂ ਗੱਲਾਂ ਹੀ ਉਹ ਰਹੀਆਂ। ਘੁਮਿਆਰਾਂ ਕੋ ਹੁੰਦੀਆਂ, ਸੈਨਕਾਂ ਬਣੀਆਂ ਹੋਈਆਂ ਸੈਨਕਾਂ। ਅੱਛਾ। ਉਹ ਘੁਮਿਆਰ ਦਿੰਦੇ ਨੇ, ਜਿਸ ਘਰ ਵਿਆਹ ਹੋਣਾ ਉਹ ਸੈਨਕਾਂ ਦੇਣੀਆਂ, ਸੈਨਕਾਂ ਦੇ ਵਿੱਚ ਹੀ ਰੋਟੀ ਪਾ ਕੇ ਨਾ, ਹਾਂ। ਤੇ ਮਿੱਠੇ ਲੂਣੇ ਚੌਲ ਉਹਨਾਂ ਜੀ ਖਾਣੇ। ਜਦੋਂ ਖਾ ਲੈਣੇ ਤਾਂ ਉਹ ਘੁਮਿਆਰਾਂ ਆਪਣੀਆਂ ਸੈਨਕਾਂ ਲੈ ਚੱਕ ਕੇ ਲੈ ਜਾਣੀਆਂ। ਅੱਛਾ ਉਹਨਾਂ ਜੋ ਕੋਈ ਲਾਗ ਪਾਣਾ ਹੋਣਾ ਉਹ ਦੇ ਦੇਣਾ। ਬਸ ਅੱਛਾ, ਠੀਕ ਹੈ। ਵਿਆਹਾਂ ਦਾ ਤਾਂ ਇਹੋ ਰਿਵਾਜ ਸੀ। ਜੀ ਜੀ ਜੀ, ਠੀਕ ਹੈ। ਤੇ ਆਪਣਾ ਕੋਈ ਸੱਜਣ ਬੇਲੀ ਮਿੱਤਰ ਹਿੰਦੂ ਤਰਖਾਣਾ ਵਿੱਚੋਂ ਜਾਂ ਕੋਈ ਹੋਰ ਲਾਮ ਦੇ ਪਿੰਡਾਂ ਚ ਕੋਈ ਹੈ ਸੀ ਜਿਹਦੇ ਨਾਲ ਕੋਈ ਯਾਰੀ ਦੋਸਤੀ? ਯਾਰੀ ਦੋਸਤੀ ਤਾਂ ਬੜੀ ਸੀ, ਪਰ ਹੁਣ ਤਾਂ ਨਹੀਂ ਨਾ। ਪਰ ਗੁਰਦੇਵ ਸੀ। ਹਾਂ, ਗੁਰਦੇਵ। ਗੁਰਦੇਵ ਇਹ ਆਪਣੇ ਪਿੰਡ ਦਾ ਹੀ ਸੀ? ਲੜਪਨ ਨਹੀਂ, ਅੱਛਾ ਲੜਪਨ ਦਾ ਸਿੱਖਾਂ ਦਾ ਪਿੰਡ ਸੀ। ਅੱਛਾ। ਉੱਥੇ ਦਾ ਉਹ ਮੁੰਡੇ ਦਾ ਨਾਂ ਸੀ ਗੁਰਦੇਵ। ਹਾਂ। ਤੇ ਕੋਲ ਉੱਚਾ ਪਿੰਡ ਸੀ, ਉੱਥੇ ਦਾ ਉਹਦਾ ਬੰਦੇ ਦਾ ਨਾਂ ਸੀ ਜਾਗਰ। ਵਾਹ। ਉਹ ਜਿਹੜਾ ਜਾਗਰ ਸੀ, ਉਹ ਰਾਤ ਨੂੰ ਆ ਕੇ ਸਾਡੇ ਪਿੰਡੋਂ ਨਾ ਗੋਸ਼ਤ ਗਾਸ਼ਤ ਵੀ ਖਾ ਜਾਂਦਾ ਵਾ। ਅੱਛਾ, ਠੀਕ ਹੈ। ਉਹਦੇ ਨਾਲ ਯਾਰੀ ਹੋਈ ਸੀ। ਸਹੀ ਹੈ ਸਹੀ ਹੈ। ਹਾਂ, ਤੇ ਹੋਰ ਪਿੰਡਾਂ 'ਚ ਵੀ ਹੈ ਤੇ ਯਾਰੀ ਸੀ, ਭਲਵਾਨ ਸਨ ਦੋ। ਇੱਕ ਅੰਬਰ ਸੀ, ਅੰਬਰ ਬੰਤਾ। ਹਾਂ। ਤੇ ਇਹ ਕੋਲ ਰਹਿੰਦੇ ਸੀ, ਇਹ ਵੀ ਸਾਡੇ ਕੋਲ ਹੀ ਸੀ ਯਾਰੀ ਦੇ। ਅੱਛਾ, ਇਹ ਵੀ ਯਾਲੀ ਦੇ ਪਿੰਡ? ਹਾਂਜੀ। ਤੇ ਇਹ ਤੁਸੀਂ ਦੱਸਿਆ ਕਿ ਪਹਿਲਵਾਨ ਸਨ, ਹੂੰ। ਤੇ ਪਿੰਡ ਤੱਕ ਹੀ ਆਪਣਾ ਮਹਿਦੂਦ ਸਨ ਕਿ ਵਾਵਾ ਨਾਂ ਕਮਾਇਆ ਇਹਨਾਂ ਨੇ ਪਹਿਲਵਾਨ? ਨਹੀਂ, ਨਾਮ ਬਾਬਾ ਕਮਾਇਆ ਉਹਨਾਂ ਨੇ, ਪਿੰਡ ਤੱਕ ਨਹੀਂ ਨਾਮ ਕਮਾਇਆ ਉਹਨਾਂ ਨੇ। ਹਾਂ ਹਾਂ। ਹਾਂ, ਮਤਲਬ ਅੱਗੇ ਪਿੱਛੇ ਛਿੰਜਾਂ ਜਾਂ ਮੇਲੇ ਸਾਰਿਆਂ ਦੇ ਵਿੱਚੋਂ ਇੱਕ ਫਰੋਜ਼ ਮੁਸਲਮਾਨ ਹੋਇਆ। ਅੱਛਾ। ਉਹਦੀ ਗੁੱਜਰ। ਅੱਛਾ। ਉਹ ਇਹਨਾਂ ਸਾਰਿਆਂ ਨੂੰ ਢਾ ਲੈਂਦਾ ਸੀ ਫਰੋਜ਼। ਉਹ ਫਿਰੋਜ਼ਪੁਰ ਕਿੱਥੋਂ ਦਾ ਸੀ ਜਿਹੜਾ ਗੁੱਜਰ? ਫਿਰੋਜ਼ਪੁਰ ਦਾ ਤਲਵੰਡੀ ਸੀ, ਮੂਸਾ ਖਾਨ ਤਲਵੰਡੀ ਸੀ ਉੱਥੇ। ਅੱਛਾ, ਉੱਥੇ ਦਾ ਠੀਕ ਠੀਕ ਹੈ। ਤਲਵੰਡੀ ਦਾ। ਯਾਨੀ ਕਿ ਉਹ ਗੁੱਜਰ ਭਾਰਾ ਸੀ ਉਸ ਵੇਲੇ? ਹਾਂਜੀ, ਉਹ ਭਾਰਾ ਸੀ ਸਾਰਿਆਂ ਨੂੰ। ਅੱਛਾ ਅੱਛਾ ਅੱਛਾ। ਤੇ ਆ ਗੁੰਗਾ ਪਹਿਲਵਾਨ ਸੀ। ਹਾਂ ਹਾਂ। ਨਾ ਗੁੰਗਾ ਨਾ ਫਿਰੋਜ਼ ਪਹਿਲਵਾਨ ਸੀ ਇੱਥੇ ਦਾ, ਲੁਧਿਆਣੇ ਦਾ, ਉਹ ਭਾਰਾ ਸੀ। ਅੱਛਾ ਜੀ, ਅੱਛਾ, ਠੀਕ ਹੈ। ਅੱਛਾ ਬਾਬਾ ਜੀ, ਚਲੋ ਤੁਸੀਂ ਆਪਣੇ ਪਿੰਡ ਬਾਰੇ ਗੱਲਾਂ ਦੱਸੀਆਂ ਸਾਰੀਆਂ, ਜੋ ਕੁਝ ਤੁਹਾਨੂੰ ਯਾਦ ਸੀ। ਤੁਸੀਂ ਦੱਸਿਆ ਬੜੀ ਸਾਂਝ ਸੀ, ਬੜਾ ਪਿਆਰ ਸੀ। ਤੇ ਇਹ ਅਚਾਨਕ ਜਦੋਂ ਤੁਸੀਂ ਇਹ ਖਬਰਾਂ ਸੁਣੀਆਂ ਨੇ, ਇਹ ਰੋਲੇ ਲੱਪੇ ਕਿ ਜੀ ਪਾਕਿਸਤਾਨ ਲਗਾ ਬਣਨ, ਹਿੰਦੁਸਤਾਨ ਲਗਾ ਬਣਨ, ਤੇ ਇਹਦੇ ਵਾਸਤੇ ਕੀ ਕੁਝ ਤਿਆਰੀ ਕੀਤੀ ਤੁਸੀਂ, ਤੁਹਾਡੇ ਘਰਦਿਆਂ ਨੇ ਆਪਣਾ? ਇਹ ਸਾਨੂੰ ਸਾਰੀ ਕਹਾਣੀ ਸੁਣਾਓ, ਕਿਸ ਤਰ੍ਹਾਂ ਘਰ ਛੱਡਿਆ ਆਪਣਾ? ਉਹਦੇ ਵਿੱਚ ਤੁਹਾਨੂੰ ਮੈਂ ਪੂਰੀ ਕਹਾਣੀ ਸੁਣਾਉਂਗਾ, ਪੂਰੀ। ਅੱਛਾ ਜੀ। ਇਹ 3 ਪਾਰਟੀਆਂ ਉੱਠੀਆਂ ਸਨ ਹਾਂ। ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਬਣਿਆ ਨਾ। ਠੀਕ ਹੈ। 3 ਪਾਰਟੀਆਂ ਨੂੰ ਇਹ ਤਿਆਰ ਕੀਤਾ ਸੀ। ਅੱਛਾ। ਅਸੀਂ ਤਿਆਰ ਹਾਂ। ਕਿਹੜੀ ਪਾਰਟੀ? ਇੱਕ ਮੁਸਲਿਮ ਲੀਗ, ਇੱਕ ਉਹਨੂੰ ਕਹਿੰਦੇ ਹਰਾਰ ਪਾਰਟੀ, ਮੌਲਵੀ ਦੀ ਪਾਰਟੀ, ਹਰਾਰ ਪਾਰਟੀ, ਇੱਕ ਕਾਂਗਰਸੀ ਹੈ। ਅੱਛਾ ਜੀ। ਕਾਂਗਰਸ ਤੇ ਮੁਸਲਿਮ ਲੀਗ ਕੀ ਹੈ ਜਿਹੜੀ ਤੇ ਇਹ ਮੁਸਲਿਮ ਲੀਗ ਵਾਲੇ ਇਹ ਵੱਧ ਗਏ ਜੀ ਜੀ। ਤੇ ਜਿਹੜੇ ਕਿਤੇ ਉਹ ਕੱਟ ਗਏ, ਮੌਲਵੀ ਕੱਟ ਗਏ। ਅੱਛਾ।
ਉਹ ਜਿਹੜਾ ਮੌਲਵੀਆਂ ਦਾ ਖਿਆਲ, ਉਹ ਇਹ ਖਿਆਲ ਸੀ ਵੀ ਅਸਾਂ ਨਹੀਂ ਤਕਸੀਮ ਕਰਨਾ ਮੁਲਕ। ਅੱਛਾ। ਜਿਹੜੀ ਹਰਾਰ ਪਾਰਟੀ ਸੀ ਉਹਨਾਂ ਦਾ ਇਹ ਮਕਸਦ ਸੀ ਕਿ ਅਸਾਂ ਇਹ ਮੁਲਕ ਨੂੰ ਤਕਸੀਮ ਨਹੀਂ ਕਰਨਾ। ਜੇ ਮੁਸਲਿਮ ਲੀਗ ਵਾਲੇ ਉਹ ਕਹਿੰਦੇ ਨਹੀਂ ਅਸੀਂ ਮੰਗਣਾ ਪਾਕਿਸਤਾਨ। ਅੱਛਾ। ਜਿਹੜੇ ਦੂਏ ਉਹ ਕਹਿੰਦੇ ਸੀ ਆਪਣਾ ਕਾਂਗਰਸ ਵਾਲੇ ਕਾਂਗਰਸ ਬਣਨਾ। ਜੀ ਜੀ। ਤੇ ਫਿਰ ਉਹ ਜਿਹੜੇ ਹਰਾਰ ਪਾਰਟੀ ਦੇ ਹਾਰ ਗਏ, ਇਹ ਦੋਵੇਂ ਪਾਰਟੀਆਂ ਜਿੱਤ ਗਈਆਂ। ਠੀਕ ਹੈ, ਠੀਕ। ਅੱਛਾ, ਫਿਰ ਜਦੋਂ ਬਾਬਾ ਜੀ ਜਦੋਂ ਫਿਰ ਰੋਲੇ ਪੈ ਗਏ ਨੇ, ਹੱਲੇ ਅੱਗੇ ਪਿੱਛੇ ਜੱਥੇ ਹਮਲੇ, ਅੱਗਾਂ ਛੱਗਾਂ ਲਾਣੀਆਂ, ਉਹ ਕੋਈ ਇਸ ਤਰ੍ਹਾਂ ਦਾ ਵਾਕਿਆ ਤੁਹਾਡੇ ਪਿੰਡ ਵੀ ਹੋਇਆ ਕਿ ਇਸਲਾਮ ਦਾ? ਅੱਛਾ। ਸਾਡੇ ਪਿੰਡ ਦੇ ਪੁੱਤਰਾ ਜਿਹੜਾ ਪਿੰਡ ਸੀ ਨਾ ਸਾਡਾ, ਤੁਰ ਕੇ 100 ਸਾਲ ਤੇ ਤੁਰ ਕੇ ਜਿਹੜੇ ਸਿੱਖ ਸਨ ਨਾ ਸਾਡੇ, 4 ਸਵੇਰੇ ਮਦਨ ਪਿੰਡ ਦੱਸੇ ਹਾਂਜੀ, ਸਾਰੇ ਹੀ ਡਰਦੇ ਸੀ। ਅੱਛਾ। ਇਸ ਮਾਰਿਆ ਪਿੰਡ ਵੱਡਾ ਦਾ, ਇੱਕ ਦਾਦੇ ਦੀ ਔਲਾਦ ਸਨ, ਸਾਰੇ ਅਵਾਨ ਭਰਾ ਸਨ। ਇੱਕ ਦਾਦੇ ਦੀ ਔਲਾਦ ਤੇ ਇੱਕ ਦੇ ਮਗਰ ਸਾਰੇ ਮਰ ਗਏ। ਇੱਕ ਮੁੱਠੀ ਸਨ। ਇੱਕ ਮੁੱਠੀ। ਹੁਣ ਰਾਤ ਨੂੰ ਉਦੋਂ ਵੰਡ ਬੜਈਆ ਥੋੜਾ ਨਹੀਂ ਵਾ, ਸਾਡੇ ਪਿੰਡ ਦੇ 4 ਹਮਲੇ ਹੋਏ ਨੇ, ਜਿਹੜੇ 10 ਪਿੰਡਾਂ ਦੇ ਇਕੱਠੇ ਹੋ ਕੇ ਆਏ ਨੇ। ਉਹ ਬੱਲੇ। ਅੱਛਾ। ਸਿੱਖ ਜਦੋਂ ਸਾਡੇ ਪਿੰਡ ਦੀ ਪਟੜੀ ਜੀ ਆ ਜਾਂਦੇ ਨੇ ਨਾ, ਉੱਥੋਂ ਆ ਕੇ ਫਿਰ ਹੌਸਲਾ ਪੈਂਦਾ, ਵਾਪਸੀ ਹੋ ਜਾਂਦੇ। ਤੇ ਜਿਹੜੇ ਹਮਲਾ ਕਰਨਾ ਨੇ 10 ਪਿੰਡ, ਉਹਨਾਂ ਵਿੱਚ ਜਿਹੜੇ ਬੰਦੇ ਸਨ ਉਹ 4 ਚੁਫੇਰੇ ਦੇ ਪਿੰਡ ਸਨ ਕਿ ਜਾਂ ਦੂਰ ਲਾਮ ਦੇ ਸਨ, ਦੂਸਰੇ ਕਿਸੇ ਇਲਾਕੇ ਲਾਮ ਦੇ ਵੀ 4 ਚੁਫੇਰੇ ਦੇ ਵੀ, ਲਾਮ ਦੇ ਵੀ ਇਕੱਠੇ ਹੀ ਹੋ ਗਏ। ਜੀ ਜੀ। ਇੱਕ ਜਥਾ ਜੂ ਬਣ ਗਿਆ। ਹਾਂਜੀ ਹਾਂਜੀ। ਫਿਰ ਉਹ ਜਥੇ ਦਾ ਹੌਸਲਾ ਪੈਂਦਾ ਪਿਆ, ਅਸੀਂ ਬਾੜੇਆਲ ਦੀ ਪਰੜੀ ਲੰਘ ਜਾਈਏ। ਅੱਛਾ। ਫਿਰ ਉਹਨਾਂ ਛੱਡਣਾ ਨੇ ਸਾਨੂੰ, ਇੱਕ ਵੀ ਨਹੀਂ ਛੱਡਣਾ, ਮਾਰ ਦੇਣਗੇ ਸਾਰੇ। ਅੱਛਾ। ਡਰਦੇ ਇਹਨੇ। ਅੱਛਾ। ਚਲੋ ਜਦੋਂ ਇਹ ਹੋਣ ਲੱਗ ਪਿਆ, ਫਿਰ ਜਿਹੜੇ ਤੁਹਾਡੇ ਨੰਬਰਦਾਰ ਸਨ ਪਿੰਡ ਦੇ 4 ਨੰਬਰਦਾਰ, ਕੀ ਕੋਈ ਸਲਾਹ ਪੱਤਰ ਕੀਤੀ ਇਹਨਾਂ ਨੇ, ਕੀ ਕਰਨਾ ਚਾਹੀਦਾ? ਉਹਨਾਂ ਨੇ ਸਲਾਹ ਪੱਤਰ ਇਹ ਕੀਤੀ, ਜਦੋਂ ਦੇਖਿਆ ਨਾ ਜਿਹੜੇ ਐਮਪੀਏ ਸਨ ਨਾ ਬਣੇ, ਅੱਛਾ, ਉਹਨਾਂ ਨੇ ਐਲਾਨ ਕੀਤਾ ਵੀ ਤੁਸੀਂ ਹੁਣ ਜਾਣਾ ਪੈਣਾ ਪਾਕਿਸਤਾਨ। ਅੱਛਾ। ਤੇ ਆਪਣਾ ਮੁਲਕ ਛੱਡ ਦਿਓ। ਜਦੋਂ ਇਹ ਗੱਲ ਉਹਨਾਂ ਨੇ ਕੀਤੀ, ਐਲਾਨ ਕੀਤੇ, ਫਿਰ 2-3 ਬੰਦੇ ਸੀ ਸਾਡੇ ਫੌਜ ਵਿੱਚ, ਉਹ ਟਰੱਕ ਲੈ ਕੇ ਆ ਗਏ। ਟਰੱਕ ਲੈ ਕੇ ਨਾ ਉਹਨਾਂ ਨੂੰ ਆਪਣਾ ਟੱਬਰ ਵਿੱਚ ਟਰੱਕ ਦੇ ਬਿਠਾ ਕੇ ਨਾ, ਅੱਛਾ, ਉਹ ਇੱਧਰ ਲੈ ਪਾਕਿਸਤਾਨ। ਜਦੋਂ ਉਹ ਪਾਕਿਸਤਾਨ ਲੈ ਆਏ ਨਾ, ਤੇ ਫਿਰ ਪਿਛਲੇ ਪਿੰਡ ਨੂੰ ਘਬਰਾਹਟ ਲੱਗਾ ਵੀ ਜਦੋਂ ਫੌਜੀ ਯਾਰ ਚਲੇਗਾ ਅਸੀਂ ਇੱਥੇ ਕਿੱਥੇ ਰਹਿਣਾ। ਉਦੋਂ ਫਿਰ ਅਸੀਂ ਆਪ ਉਜੜ ਕੇ ਕੈਂਪ 'ਚ ਗਏ, ਤੇ ਸਾਰਾ ਪਿੰਡ ਉਜੜ ਕੇ ਨਾ ਕੈਂਪ 'ਚ ਗਿਆ। ਉਹ ਫੌਜੀਆਂ ਨੇ ਤੁਹਾਨੂੰ ਨਹੀਂ ਕਿਹਾ ਦੂਸਰਿਆਂ ਲੋਕਾਂ ਨੂੰ? ਨਹੀਂ ਕਿਹਾ ਵੀ ਆ ਜਾਓ, ਉਹਨਾਂ ਨੇ ਆਖਿਆ ਵੀ ਆ ਜਾਓ, ਵੀ ਅਸੀਂ ਰਹਿ ਨਹੀਂ ਸਕਦੇ ਇੱਥੇ, ਇੰਡੀਆ ਬਣ ਗਿਆ। ਸਾਨੂੰ ਜਾਣਾ ਹੀ ਪੈਣਾ, ਸਾਨੂੰ ਜਾਣਾ ਪੈਣਾ, ਆ ਜਾਓ। ਅੱਛਾ। ਫਿਰ ਉਦੋਂ ਫਿਰ ਕੈਂਪ ਤਿੰਨਾਂ 4 ਮੀਲਾਂ ਦੇ ਵਿੱਚ ਸਾਡਾ ਕੈਂਪ ਸੀ। ਅੱਛਾ। ਜਿਹੜਾ ਸਾਰਿਆਂ ਮੁਸਲਮਾਨਾਂ ਦਾ ਸੀ, ਅਬਾਲੀ ਜੀ ਵੀ ਆਏ ਹੋਏ ਸੀ, ਲੁਧਿਆਣੇ ਦੇ ਵੀ ਸੀ, ਤੇ ਸਾਡੇ ਵੀ ਸੀ ਸਾਰੇ। ਕੈਂਪ ਕਿਹੜੀ ਜਗ੍ਹਾ ਲੱਗਾ ਸੀ? ਕੈਂਪ ਲੁਧਿਆਣੇ ਦੇ ਮੁੰਡ। ਲੁਧਿਆਣੇ ਦੇ ਮੁੰਡ, ਹਾਂ, ਲਹਿੰਦੇ ਪਾਸੇ। ਅੱਛਾ। 3 ਮੀਲਾਂ ਦੇ ਵਿੱਚ ਕੈਂਪ ਸੀ ਲੱਗਾ। ਉਹ ਸੜਕ ਹੁੰਦੀ ਇੱਥੇ ਨੂੰ ਆ ਜਿਹੜੀ ਹੁਸ਼ਿਆਰਪੁਰ ਨੂੰ, ਅੰਮ੍ਰਿਤਸਰ ਨੂੰ, ਜਲੰਧਰ ਨੂੰ। ਹਾਂਜੀ ਹਾਂਜੀ। ਜਲੰਧਰ ਨੂੰ ਜਿਹੜੀ ਸੜਕ ਹੁੰਦੀ ਉਹਦੇ ਉੱਤੇ ਸੀ। ਅੱਛਾ, ਠੀਕ ਹੈ। ਤੇ ਬਾਬਾ ਜੀ ਘਰੋਂ ਚਲੋ ਤੁਸੀਂ ਕੈਂਪ ਤੱਕ ਆ ਗਏ ਹੋ, ਤੇ ਘਰੋਂ ਕੋਈ ਜਿਹੜਾ ਕੀਮਤੀ ਸਮਾਨ ਸੀ, ਕੋਈ ਪੈਸਾ, ਕੋਈ ਇਹ ਉਹ ਡੰਗਰ ਮਾਲ ਡੰਗਰ, ਉਹਦਾ ਕੀ ਕੀਤਾ? ਕੋਈ ਸ਼ੈ, ਪੈਸਾ ਨਾ, ਜੇਵਰ ਨਾ ਕੱਪੜਾ। ਅੱਛਾ। ਕਿਉਂ ਗੱਡੇ ਸਾਡੇ ਕੋਲ ਤੇ। ਅੱਛਾ। ਅਸੀਂ ਕੱਪੜੇ ਵੀ, ਬਿਸਤਰੇ ਵੀ, ਮੰਜੀਆਂ ਵੀ, ਹਰ ਸ਼ੈ ਗੱਡਿਆਂ ਦੇ ਲੱਗ ਰਹੀ, ਲੱਦ ਲਈ। ਜੇ ਨਹੀਂ ਲੱਗੇ ਗਏ ਤੇ ਦਾਣੇ ਨਹੀਂ ਲੱਗੇ ਗਏ, ਦਾਣੇ ਸਨ ਬਾਤੇ। ਠੀਕ ਹੈ। ਹੁਣ ਸਾਡੇ ਅੰਦਰ ਉਹ ਜਿਹੜੇ ਸਾਡੇ ਪਿਆਰ ਵਾਲੇ ਸਨ ਨਾ ਬੰਦੇ, ਰਾਮਚੰਦ ਉਨੀ, ਰਾਮਚੰਦ ਤੇ ਬਲਿਆਮ ਸਿੰਘ, ਲਾਲ ਸਿੰਘ, ਬਿਕਰਮ, ਅਸੀਂ ਚਾਬੀਆਂ ਉਹਨਾਂ ਨੂੰ ਦੇ ਕੇ ਆਏ ਆਪਣੇ ਗੱਲੇ ਦੀਆਂ। 40 ਬੋਰੀਆਂ ਸਾਡੀ ਸਾਰੋਂ ਪਈ ਸੀ ਵਿੱਚ। 40 ਬੋਰੀਆਂ ਚਣੇ ਪਏ ਸੀ। ਅੱਛਾ। ਕੋਈ 500 ਮਣਾ ਕਣਕ ਪਈ ਸੀ। ਉਹ ਲਾ ਕੇ ਨਾ, ਉਹ ਤੁਹਾਨੂੰ ਯਾਦ ਹੈ? ਹਾਂ, ਮੈਂ ਗੱਭਰੂ ਸੀ ਯਾਰ। 2.5 ਮਣ ਦੀ ਬੋਰੀ ਚੁੱਕ ਕੇ ਮੈਂ ਖੋਤੇ ਦੇ ਪਰ ਰੱਖ ਲੈਣਾ, ਗੱਡੇ ਪਰ ਰੱਖ ਲੈਣੀ। ਵਾਹ, ਪੂਰਾ ਗੱਭਰੂ ਸੀ ਮੈਂ। ਠੀਕ ਠੀਕ। ਅੱਛਾ। ਤੁਸੀਂ ਚਾਬੀਆਂ ਉਹਨਾਂ ਦੇ ਹੈਂਡਓਵਰ ਕਰ ਆਏ? ਉਹਨਾਂ ਦੇ ਚਾਬੀਆਂ ਜਿਹੜੇ ਸਾਡੇ ਯਾਰ ਸਨ, ਜਿਨ੍ਹਾਂ ਨਾਲ ਸਾਂਝ ਸੀ ਤੁਹਾਡੇ, ਉਹਨਾਂ ਦੇ ਭਰਾ ਲਓ ਚਾਬੀਆਂ। ਉਹ ਲੈ ਗਏ ਢੋ ਕੇ। ਉਹ ਸਾਨੂੰ ਦਾਣੇ, ਆਟਾ ਤਾਂ ਹੀ ਕੈਂਪ 'ਚ ਪਹੁੰਚਾਉਂਦੇ ਰਹੇ। ਫਿਰ ਤੁਹਾਡਾ ਪੂਰਾ ਸਾਥ ਕੀਤਾ ਉਹਨਾਂ ਨੇ, ਹਨਾ? ਪੂਰਾ ਸਾਥ ਕੀਤਾ, ਪੂਰਾ ਪਾਇਆ ਪਾਇਆ। ਵਾਹ। ਫਿਰ ਉਹ ਇੱਕ ਦਿਨ ਆਇਆ ਮੁੰਡਾ ਬਿਕਰਮ, ਉਹ ਸਾਨੂੰ ਦੋਵਾਂ, ਇੱਕ ਮੈਨੂੰ, ਇੱਕ ਮੇਰੇ ਮਾਮੇ ਨੂੰ, ਊਠ ਤੇ ਬਿਠਾ ਕੇ ਲੈ ਗਿਆ ਆਪਣੇ ਪਿੰਡ ਬਾੜਿਆਲ ਨਾ, ਯਾਰੀ ਦਾ ਉਹ ਪਿੰਡ ਦਾ ਨਾਂ, ਸਿੱਖਾਂ ਦਾ ਸਾਰਾ। ਮਤਲਬ ਉਹ ਫਿਰ ਵਿਕਰਮ ਆਇਆ ਕੈਂਪ 'ਚ, ਸਾਨੂੰ ਉੱਥੋਂ ਲੈ ਗਿਆ, ਕੈਂਪ 'ਚ ਲੈ ਗਿਆ। ਅੱਛਾ।
ਉਹ ਵੀ ਇਸ ਮਾਰੇ ਨਾਲ ਗਿਆ, ਸਾਡੇ ਪਾਣੀ ਆ ਗਿਆ, ਰੁੜ ਗਿਆ ਸਭ ਕੁਝ, ਹਲਦੀ ਰੁੜ ਗਈ, ਲੂਣ ਰੁੜ ਗਿਆ, ਹਰ ਸ਼ਹਿਰ ਚ ਰੁੜ ਗਈ। ਬਾਰਿਸ਼ਾਂ ਬੜੀਆਂ ਹੋਈਆਂ ਨੇ। ਉਦੋਂ ਤੁਸੀਂ ਕੈਂਪ ਚ ਜਦੋਂ ਆਇਆ ਸੀ ਆ ਪਾਣੀ ਸਲਾਬ ਆਇਆ? ਅੱਛਾ, ਸਾਡੇ ਕੋਲ ਸੀ, ਅਸੀਂ ਊਠ ਦੇ ਉੱਤੇ ਤਿੰਨੇ ਬੈਠੇ ਆ। ਅੱਛਾ, ਤਿੰਨੇ ਯਾਰੀ ਗਏ ਆ। ਯਾਰੀ ਜਿਸ ਵੇਲੇ ਗਏ ਆ, ਉੱਥੇ ਇੱਕ ਮੇਰਾ ਦੋਸਤ ਸੀ, ਉਹਦਾ ਨਾਂ ਸੀ ਅੰਬਰ। ਉਹ ਖੜਾ ਮੇਰੇ ਅੱਖਾਂ ਦੇ ਮੂਹਰੇ, ਮੈਂ ਚੁੰਡਾ ਬੰਨਿਆ ਤੇ ਕਿਰਪਾਨ ਪਾਈ ਹੋਈ। ਅੱਛਾ ਜੀ। ਤੇ ਕੱਛਾ ਪਾ ਤੇ ਬੂਹੇ ਦੇ ਅੱਗੇ ਖਲੋਤਾ। ਹਾਂ। ਉਹਨ ਮੇਰੇ ਦੂਰੋਂ ਦੇਖ ਕੇ ਨਾ ਦੌੜ ਕੇ ਆ ਕੇ ਜਪੜੀ ਪਾਰੇ। ਅੱਛਾ। ਤੋ ਜਿਹੜਾ ਬਿਕਰਮ ਸੀ ਸਾਨੂੰ ਲੈ ਕੇ ਆ, ਉਹਨੂੰ ਕੂਟਣ ਲੱਗਾ ਪਈ, ਕਿਉਂ ਜਪੜੀ ਪਾਉਣਾ ਹੈ? ਇੱਥੇ ਸਾਰੇ 4 ਸਵੇਰੇ ਸਿੱਖ ਨੇ, ਅਸੀਂ 4 ਬੰਦੇ ਆ। ਹਾਂ। ਜੇ ਇਹਨਾਂ ਨਾਲ ਕੋਈ ਚੰਗੀ ਮੰਦੀ ਹੋ ਗਈ ਫੇਰ ਕੌਣ ਭਰੇਗਾ? ਹਾਂ। ਉਹ ਬੰਦ ਕਰਤਾ, ਉਹ ਦਿਨ ਵੀ ਡੁੱਬ ਗਿਆ। ਅਸੀਂ ਘਰ ਚਲੇਗਾ, ਘਰ ਗਿਆ ਜੇ ਸਾਡੀ ਤਾਈ ਨਾ, ਅਸੀਂ ਤਾਈ ਉਹਨੂੰ ਕਹਿੰਦੇ। ਉਹ ਜਿਹਨੇ ਤੁਹਾਨੂੰ ਜੱਫੀ ਪਾਈ ਉਹਦਾ ਨਾਂ ਕੀ ਦੱਸਿਆ ਤੁਸੀਂ? ਉਹਦਾ ਨਾਂ ਸੀ ਅੰਬਰ। ਅੰਬਰ। ਉਹ ਵਿਕਰਮ ਦਾ ਕੀ ਲੱਗਦਾ ਸੀ? ਉਹ ਵਿਕਰਮ ਦਾ ਭਰਾ ਹੀ ਸੀ। ਭਰਾ ਸੀ। ਉਹਨੇ ਤੁਹਾਡੇ ਨਾਲ ਜੱਫੀ ਪਾ ਲਈ ਕਿ ਯਾਰ ਸਾਡੇ ਯਾਰ ਸੀ ਨਾ? ਯਾਰ ਸੀ। ਅੱਛਾ, ਉਹ ਯਾਰ ਬਣਦੇ ਤੇ ਜਫੜੀ ਪਾ ਲਈ ਤਾਂ ਉਹਨੂੰ ਘੂਰਿਆ ਤਾਂ ਇਹ ਘਰ ਚਲੇਗਾ। ਘਰ ਜਾਏਗਾ, ਸਾਨੂੰ ਦੁੱਧ ਪਾਣੀ ਪਿਲਾਇਆ ਸਨ। ਸਾਡੀ ਤਾਈ ਅਸੀਂ ਉਹਨੂੰ ਕਹਿੰਦੇ। ਹਾਂ। ਤਾਈ ਨੂੰ ਦੁੱਧ ਪਿਲਾਇਆ, ਰੋਟੀ ਖਵਾਈ। ਬੀਬੀ ਪੰਜਾਬ ਕੌਰ ਨੇ? ਹਾਂ। ਜਿਹਨੂੰ ਤੁਸੀਂ ਪੰਜਾਬੋ ਨਿਕਨੇਮ ਠੀਕ। ਅਸੀਂ ਪੂਰਾ ਸਮਾਨ ਫਿੱਟ ਹੋ ਗਿਆ ਨਾ ਸਾਡੇ ਕੋਲ, ਦਾਣੇ ਵੀ, ਸੋਡਾ ਵੀ, ਕਣਕ ਵੀ, ਮਾਇਆ ਵੀ, ਮਰਚਾਂ ਵੀ, ਹਲਦੀ ਵੀ, ਖਾਣ ਪੀਣ ਦਾ ਜੋ ਵੀ ਹੈ ਖਾਣ ਪੀਣ ਦਾ। ਅੱਛਾ। ਫਿਰ ਹੁਣ ਤਿੰਨੇ ਸੱਦੇ। ਇੱਕ ਦਾ ਨਾਂ ਵਿਕਰਮ ਸੀ, ਇੱਕ ਦਾ ਨਾਂ ਕਰਤਾਰ ਸੀ। ਅੱਛਾ। ਇੱਕ ਦਾ ਨਾਂ ਬੰਤਾ ਸੀ ਤੇ ਇੱਕ ਦਾ ਨਾਂ ਵਿਕਰਮ। ਉਹ ਛੱਡ ਕੇ ਚਾਰੇ ਕੇ ਇਹਨਾਂ ਚੌਹਾਨ ਨੂੰ ਛੱਡ ਕੇ ਆਉਣਾ ਕੈਂਪ ਚ। ਅੱਛਾ। ਅਗਰ ਜੇ ਤੁਸੀਂ ਨਾ ਛੱਡ ਕੇ ਆਏ ਤਾਂ ਮੈਂ ਕਿਆਮਤ ਵਾਲੇ ਦਿਨ ਤੁਹਾਡੇ ਕੋਲੋਂ ਭਰਾਂ ਦੀ। ਓਹੋ, ਵਾਹ ਜੀ ਵਾਹ। ਇਹਨਾਂ ਦੀ ਨਿਗਰਾਨੀ ਕਰਨੀ ਹੈ। ਮੈਂ ਮਾਂ ਕਹਿਣ ਲੱਗੀ, ਉਹਨਾਂ ਦੀ ਮਾਂ ਕਹਿਣ ਲੱਗੀ। ਫਿਰ ਉਹ ਸਾਨੂੰ ਚੰਗੀ ਅੱਧੀ ਰਾਤ ਤਾਂ ਸੋਝੀ ਹੋਈ ਪਹਿਲਾਂ ਹੀ ਸੀ। ਫਿਰ ਸਾਨੂੰ ਨਾਲ ਲੈ ਕੇ ਆਇਆ ਤੇ ਫਿਰ ਲੁਧਿਆਣੇ ਕੈਂਪ ਛੱਡ ਕੇ ਗਏ। ਕੈਂਪ ਦੇ ਵਿੱਚ ਛੱਡ ਕੇ ਗਏ। ਜਦ ਅੱਗੇ ਆਏ ਨਾ ਅਸੀਂ ਤਾਂ ਸਾਡਾ ਬਾਪ, ਮੇਰਾ ਬਾਪ, ਇੱਕ ਮਾਮਾ ਦਾ 2 ਵਜੇ ਚ ਖੜੇ ਥੇ। ਇਸ ਮਾਰਿਆਂ ਖਲੋਤੇ ਦੇ ਮਾਰਤੇ ਗਏ ਨੇ, ਸਿੱਖਾਂ ਦੇ ਪਿੰਡ ਮਾਰਤੇ ਜਿਹੜੇ ਹੁਣ ਤੱਕ ਆਏ ਨਹੀਂ। ਚਲੋ ਸਾਨੂੰ ਦੇਖ ਕੇ ਨਾ ਤੇ ਚਲੋ ਉਹਨਾਂ ਨੂੰ ਸਾਹ ਫਿਰਿਆ ਤੇ ਫਿਰ ਉਹਨਾਂ ਸਿੱਖਾਂ ਸਾਨੂੰ ਆਖਿਆ ਵੀ ਲੈ ਬਈ ਹੁਣ ਗੱਲ ਸੁਣ ਲਾ, ਅੱਜ ਤੁਹਾਨੂੰ ਦੱਸ ਰਿਹਾ ਇਦੋਂ ਅੱਗੇ ਤੁਸੀਂ ਕੈਂਪੋਂ ਬਾਹਰ ਨਹੀਂ ਨਿਕਲਣਾ। ਅੱਛਾ। ਦਾਣਾ, ਪੱਕਾ ਆਟਾ, ਜੋ ਵੀ ਕੁਝ ਹੋਵੇ ਉਹ ਤੁਹਾਨੂੰ ਕੈਂਪ 'ਚ ਮਿਲੇਗਾ। ਠੀਕ ਹੈ, ਸਹੀ ਹੈ, ਸਹੀ, ਠੀਕ ਹੈ। ਲੁਧਿਆਣੇ ਤੋਂ ਕੈਂਪ ਤੋਂ ਅਗਲੀ ਸਟੋਰੀ ਸੁਣਾਓ। ਜਦੋਂ ਤੁਸੀਂ ਉੱਠੇ ਹੋ, ਕਿੰਨੇ ਦਿਨ ਕਿਆਮ ਕੀਤਾ ਤੁਸੀਂ ਉੱਥੇ ਠਹਿਰੇ? 3 ਮਹੀਨੇ। ਅੱਛਾ। ਤੇ ਦੁਨੀਆ ਬੇਹਿਸਾਬੀ ਇਕੱਠੀ ਹੋ ਗਈ। ਜ਼ਿਲ੍ਹੇ ਵਾਲੇ ਦੇ ਵੀ ਥੇ, ਲੁਧਿਆਣੇ ਦੇ ਵੀ ਥੇ, ਜਲੰਧਰ ਦੇ ਵੀ ਥੇ। ਬਹੁਤ ਵੱਡਾ ਕੈਂਪ ਸੀ। 3 ਜ਼ਿਲ੍ਹੇ ਇਕੱਠੇ ਹੋ ਗਏ ਜੀ ਉੱਥੇ। 3 ਜ਼ਿਲ੍ਹੇ ਇਕੱਠੇ ਹੋ ਗਏ। ਉਧਰੋਂ ਪਹਿਲਾ ਗੱਡਾ ਜਿਹੜਾ ਸੀ ਨਾ ਜੁੜਿਆ ਉਹ ਫਿਰੋਜ਼ਪੁਰ ਸੀ। ਅੱਛਾ। ਜਿਹੜਾ ਪਿਛਲਾ ਗੱਡਾ ਸੀ ਉਹ ਲੁਧਿਆਣੇ ਜੁੜਦਾ ਸੀ। ਏਡਾ ਲੰਮਾ ਕਾਬਰਾ ਮੀਲਾਂ ਤੇ ਫੈਲਿਆ ਸੀ। ਹਾਂਜੀ। ਮੈਂ ਇੱਕ ਆਰਡਰ ਹੋ ਗਿਆ ਉੱਥੇ, ਅਫਸਰ ਨੇ ਆਰਡਰ ਕਰਤਾ ਵੀ ਇਹ ਬੇਜ਼ਬਾਨ ਇਹਨਾਂ ਨੂੰ ਛੱਡ ਦਿਓ, ਇੱਥੇ ਖੜੇ ਕਰ ਦਿਓ ਤੇ ਇਹਨਾਂ ਨੂੰ ਪੱਠੇ ਪਾਵੋ ਤਾਂ ਫੇਰ ਤੋੜਿਓ ਗੱਡੇ। ਅੱਛਾ। ਉਹ ਜਿਸ ਵੇਲੇ ਆਰਡਰ ਨੂੰ ਕੀਤਾ, ਮੈਂ ਚਲੇ ਗਿਆ ਕੋਲ ਸੇ ਛਾਰਕਾਨੇ। ਮੈਂ ਆਲੇ ਦੋਲੇ ਸਰ ਵੱਢਣ ਲੱਗਿਆ ਦਾਤਰੀ ਨਾਲ। ਜੀ। ਸਰ ਵੱਢ ਕੇ ਪਾਉਣਾ था, ਹੋਰ ਤਾਂ ਕੁਛ ਹੈ ਹੀ ਨਹੀਂ। ਉਹ ਸਰ ਵੱਢਣਾ ਬੈਠਾ ਤਾਂ ਸਿੱਖ ਫੌਜੀ ਆ ਗਿਆ। ਹੁਣ ਮੈਨੂੰ ਇੱਕ ਨੂੰ ਬਾਹੋਂ ਫੜ ਲਿਆ ਕਿ ਇੱਥੇ ਖੜਾ ਦੇ, ਅਸੀਂ ਤੇ ਬਹਿਣਾ ਹੈ। ਤੇ ਇੱਕ ਨੂੰ ਕਹਿੰਦਾ ਕਿ ਜਾ ਇਹਨੂੰ ਪਰਾਂ ਟਿੱਬੇ ਦੇ ਪਰਲੇ ਪਾਸੇ ਜਾ ਗੋਲੀ ਮਾਰ ਲੈ। ਅੱਛਾ। ਉਹ ਜਿਹਨੂੰ ਆਖਿਆ ਨਾ ਗੋਲੀ ਮਾਰ ਲੈ, ਉਹ ਸੀ ਉੱਚੇ ਪਿੰਡ ਦਾ। ਅੱਛਾ। ਉਹ ਜਿਹੜਾ ਸਾਡੇ ਗੁਆਂਢ ਸੀ ਉੱਚਾ ਪਿੰਡ। ਹਾਂਜੀ। ਬਾੜੇਆਲ ਦੇ। ਜੀ। ਉੱਚੇ ਪਿੰਡ ਦਾ। ਉਹ ਮੈਨੂੰ ਪੁੱਛਦਾ ਕਿਹੜੇ ਪਿੰਡ ਦਾ? ਮੈਂ ਕਿਹਾ ਮੈਂ ਬਾੜੇਆਲ ਦਾ। ਅਗਰ ਮੈਂ ਨਹੀਂ ਤੈਨੂੰ ਗੋਲੀ ਮਾਰਨੀ। ਵਾਹ। ਉਹ ਮੈਨੂੰ ਜੱਫੇ 'ਚ ਲੈ ਲਿਆ। ਅੱਛਾ। ਜੱਫੇ 'ਚ ਲੈ ਕੇ ਤਾਂ ਗੱਡੇ ਕੋ ਛੱਡ ਗਿਆ। ਆਖਣ ਲੱਗਾ ਪਮਾ ਡੰਗਰ ਭੁੱਖੇ ਮਰਨ, ਤੁਸੀਂ ਭੁੱਖੇ ਮਰੋ, ਸੜਕ ਨਹੀਂ ਛੱਡਣੀ। ਸੜਕੋਂ ਇੱਧਰ ਨਹੀਂ ਹੋਣਾ। ਇੱਧਰ ਹੋਣਾ ਖਤਰੇ ਜਾ ਜਾਵਾਂਗੇ। ਉਹ ਤੁਸੀਂ ਕੈਂਪ ਚੋਂ ਬਾਹਰ ਜੋ ਨਿਕਲੇ ਉਹਨਾਂ ਨੂੰ ਪੱਠਿਆਂ ਵਾਸਤੇ? ਹਾਂਜੀ। ਠੀਕ। ਉਹਨਾਂ ਨੇ ਤੁਹਾਨੂੰ ਫਿਰ ਦੱਸੀ ਕਿ ਬਈ ਬਾਹਰ ਨਹੀਂ ਨਿਕਲਣਾ? ਹਾਂਜੀ, ਬਸ। ਹੋਰ ਜੋ ਪੁੱਛਣਾ। ਅੱਛਾ। ਫਿਰ ਤੁਸੀਂ ਚੱਲਦੇ ਆਏ ਲੁਧਿਆਣੇ ਤੋਂ? ਹਾਂਜੀ। ਫਿਰ ਕਿੱਥੇ ਤੁਹਾਡਾ ਸਟੇ ਹੋਇਆ? ਸਟੇ ਸਾਡਾ ਫਿਰੋਜ਼ਪੁਰ ਹੋਇਆ। ਹਾਂ, ਫਿਰੋਜ਼ਪੁਰ ਚੱਲ ਕੇ ਆ ਗਏ। ਬਾਬਾ ਜੀ, ਮੈਂ ਸੁਣਿਆ ਤਲਾਸ਼ੀ ਵੀ ਹੋਈ ਬੰਦਿਆਂ ਦੀ? ਨਹੀਂ। ਛੋਟੀ ਡਾਂਗ ਲੈ ਲਿਆ ਗਿਆ ਉਹਨਾਂ ਕੋਲ? ਨਹੀਂ, ਉਹ ਤਲਾਸ਼ੀ ਉਹਨਾਂ ਦੀ ਹੋਈ ਸੀ। ਪੁੱਤਰ ਤੈਨੂੰ ਮੈਂ ਦੱਸਦਾ, ਉਹ ਜਿਹੜੇ ਗੱਡੇ ਲੈ ਗਏ ਨਾ ਪਿੱਛੇ। ਅੱਛਾ। ਜਿਹਨਾਂ ਦੇ ਡੰਗਰ ਪੈਦੇ ਥੇ, ਮਾਰੇ ਥੇ। ਉਹ ਡੰਗਰ ਰਹਿ ਗਏ ਨਾ ਪਿੱਛੇ। ਗੱਡੇ ਥੇ ਸਾਰਿਆਂ ਕੋਲ, ਗੱਡੇ ਦੇ ਬਗੈਰ ਹੈ ਹੀ ਨਹੀਂ ਕੋਈ ਵੀ। ਜੀ। ਜਿਨ੍ਹਾਂ ਦੇ ਕੋਲ ਗੱਡੇ ਟੱਗੇ ਮਾਰੇ ਥੇ ਨਾ, ਉਹ ਗੱਡੇ ਰਹਿ ਗਏ ਪਿੱਛੇ 12-14।
ਜਾਂ 20 ਰੱਖਦਾ 50 ਰੱਖਦਾ। ਉਹ ਸਾਡਾ ਗੱਡਾ ਵੀ ਇੱਕ ਸਾਡੇ ਟੱਕੇ ਨੂੰ ਤਕੜੇ ਸੀ, ਪਰ ਸਾਡਾ ਗੱਡਾ ਵੀ ਉਹਨਾਂ ਦੇ ਨਾਲ ਹੀ ਸੀ। ਤੇ ਉਹ ਇੱਕ ਗੱਡੇ ਦੇ ਉੱਤੇ ਕੁੜੀਆਂ ਬੈਠੀ ਦੀਆਂ, ਇੱਕ ਲਾਈ ਹੋਈ ਸਿਰਕੀ ਜੇ ਪਾਉਂਦੇ ਨੇ ਆਪਾਂ ਮਕਾਨਾਂ ਦੇ ਉੱਤੇ ਸਿਰਕੀ ਪਾਉਂਦੇ ਆ। ਹਾਂਜੀ ਹਾਂਜੀ। ਉਹ ਸਿਰਕੀ ਲਾ ਕੇ ਨਾ ਗੱਡੇ ਦੇ ਉੱਤੇ। ਅੱਛਾ ਅੱਛਾ। ਭਾਈ ਉਹ ਬਣਾਇਆ ਉਹਨਾਂ ਨੇ। ਹਾਂ ਉਹਦੇ ਵਿੱਚ ਕੁੜੀਆਂ ਜੀ ਬਣਾਈ ਗੱਡੇ ਦੇ। ਉਹਦੇ 3 ਕੁੜੀਆਂ ਬੈਠੀਆਂ ਸਾਡੀਆਂ, ਇੱਕ ਮੇਰੀ ਭੈਣ ਸੀ, ਇੱਕ ਚਾਚੀ ਸੀ, ਇੱਕ ਦੂਜੀ। ਅੱਛਾ। ਤੇ ਇੱਕ ਗੱਡਾ ਮੋੜ ਸਿੱਖਾਂ ਦਾ ਰਾਜਪੂਤਾਂ ਦਾ, ਉਹਦੇ ਸੀਆਂ 2 ਕੁੜੀਆਂ। ਉਹਨਾਂ ਸਿੱਖਾਂ ਨਾਲ ਆ ਕੇ 2 ਕੁੜੀਆਂ ਕੱਢ ਲਈਆਂ। ਅੱਛਾ। ਗੱਡੇ ਤੋਂ ਲਾ ਲਈਆਂ। ਗੱਡੇ ਤੋਂ ਲਾ ਕੇ ਲੈ ਗਿਆ ਕੋਲ ਹੀ ਰੇਲਵੇ ਦਾ ਸਟੇਸ਼ਨ। ਅੱਛਾ। ਉਹ ਕੁਆਟਰਾਂ ਤੇ ਲੈ ਵੜੇ। ਤੇ ਜਿਹੜੇ ਟੈਂਕ ਸੇ, ਟੈਂਕਾਂ ਦੇ ਉੱਤੇ ਮੁਸਲਮਾਨ थे, ਜਿਹੜੇ ਪੈਦਲ थे ਉਹ ਹਿੰਦੂ थे। ਅੱਛਾ। ਜਦ ਹੀ ਟੈਂਕ ਆ ਗਿਆ। ਜਦ ਟੈਂਕ ਆ ਤਾਂ ਅਸੀਂ ਉਹ ਅੱਗੇ ਪਿੱਛੇ ਵੀ ਸਾਡੀਆਂ ਕੁੜੀਆਂ ਦਾ ਗਏ। ਉਹਨਾਂ ਫਿਰ ਟੈਂਕ ਸਿੱਧੇ ਉਹਨੂੰ ਕਰਕੇ ਬਾਹਰ ਛਾੜ ਪੰਨ ਕੇ ਤੋੜ ਕੇ ਉਹ ਕੁੜੀਆਂ ਲੈਂਦੀਆਂ ਦੋਵੇਂ। ਕੁੜੀਆਂ ਦੋਵੇਂ ਜਾ ਕੇ ਗੱਡੇ ਚਾੜੀਆਂ, ਆਖਣ ਲੱਗੇ ਜਾਓ ਫਿਕਰ ਨਾ ਕਰੋ ਤੁਸੀਂ, ਤੁਹਾਡਾ ਨੁਕਸਾਨ ਨਹੀਂ ਹੋਣ ਲੱਗਾ। ਮਤਲਬ ਮੁਸਲਮਾਨਾਂ ਦੀ ਆਰਮੀ ਤੁਹਾਨੂੰ ਰਲ ਗਈ? ਹਾਂ, ਅੱਗੋਂ ਆ ਕੇ ਫਿਰੋਜ਼ਪੁਰ ਤੋਂ ਰਲ ਗਏ? ਹਾਂ, ਫਿਰੋਜ਼ਪੁਰ ਵੀ ਸਾਰੇ। ਜਿਹੜੇ ਟੈਂਕ ਵੇ ਨਾ 18, 20, 50 ਉਹ ਸਾਰੇ ਬਲੋਚੀ ਦੇ ਮੁਸਲਮਾਨ। ਅੱਛਾ ਅੱਛਾ। ਹਾਂ, ਠੀਕ ਹੋ ਗਿਆ। ਫਿਰ ਤੁਸੀਂ ਫਿਰੋਜ਼ਪੁਰ ਆਏ? ਫਿਰੋਜ਼ਪੁਰ ਤੋਂ ਅੱਗੇ? ਫਿਰੋਜ਼ਪੁਰ ਦੇ ਅੱਗੇ ਫਿਰ ਲਾਹੌਰ, ਲਾਹੌਰੋਂ ਅੱਗੇ ਆ ਕੇ ਖੜੇ हुआ है। फिर यहाँ डकरा काफला लाहौर 3 सड़क, एक गुजरावाली, एक शेखपुरा, हाँ जी, एक मिनट कुमरी। अच्छा। उत्थे आके फौज खड़ी हो गई। ठीक है। वो 100 गड्ढा नगा देना सियालकोट में, 100 गड्ढा नगा देना शेखपुरे में, 100 गड्ढा नगा देना मिनट कुमरी। अच्छा। फिर दुनिया मां जदा ने सारा जिन्होंने कट्ठिया बना छट्टा देता। छट्टा ही आ गया ना। छट्टा ही हो गया, बिल्कुल छट्टा ही हो गया जी। वो छट्टा नाम दे जो कट्ठे आते थे, अपनों अपने थाई बह जाते। ਹੁਣ ਅਸੀਂ ਤਿੰਨਾਂ ਚੋਂ ਹੁਣ ਸਾਡਾ ਜਿੰਨੇ ਅਸੀਂ ਇੱਥੇ ਆ ਬੰਬਾ, ਇੱਥੇ ਆ ਭੂਨਾ ਵਾਲੀ, ਇੰਨੇ ਸਾਡੇ ਬੰਦੇ ਬੰਬਾਂ ਵਾਲੇ ਨੇ ਇੱਕੋ ਜਿੰਨੇ। ਆ ਕੋਲ ਘੱਟਵਾ ਉੱਥੇ ਵੀ ਆਏ ਨੇ, ਆ ਕੰਨਣ ਸਿਆਣਾ ਇੱਥੇ ਵੀ ਆਏ ਨੇ। ਅੱਛਾ। ਸਾਡੇ ਬੰਦੇ ਆਪਣੇ ਭਗਵਾਨ ਬੁਲਾ ਲਈਏ। ਹਾਂਜੀ। ਤੇ ਜਿੰਨੇ ਅਸੀਂ ਇੱਥੇ ਇੰਨੇ ਗੁਜਰੇ ਬੈਠੇ, ਪੱਕੇ ਗੁਜਰੇ। ਮਤਲਬ ਬਾੜੇ ਵਾਲੀ ਜਿਹੜੀ ਵਾਣਾ ਦਾ ਸੀ ਉਹ ਪਾਕਿਸਤਾਨ ਆ ਕੇ ਛੱਟਾ ਹੀ ਵੱਜ ਗਿਆ। ਜਿੰਨੇ ਅਸੀਂ ਤਿੰਨਾਂ ਪਿੰਡਾਂ ਚ ਆਣਾ ਉਹਨੇ ਉੱਥੇ ਗੋਜਰੇ ਪੱਕੇ ਜਨ। ਉਹ ਗੋਜਰਾ। ਅੱਛਾ। ਐਮਪੀਏ ਵੀ ਇੰਦਾ ਸਾਡਾ, ਐਨਐਨ ਵੀ ਇੰਦਾ, ਉਹ ਉੱਥੇ ਬੈਠੇ ਨੇ। ਜੀ ਜੀ। ਸਾਡਾ ਛੱਟਾ ਪੈ ਗਿਆ। ਠੀਕ ਹੈ ਠੀਕ ਹੈ ਠੀਕ ਹੈ। ਬਾਬਾ ਜੀ ਜਿਹੜੇ ਤੁਸੀਂ ਦੱਸਿਓ ਕਿ ਉੱਥੇ ਐਮਪੀਏ ਤੁਹਾਡੇ ਆਪਣੇ ਗੋਜਰੇ ਵਿੱਚ, ਉਹਨਾਂ ਦਾ ਨਾਮ ਵੀ ਦੱਸ ਦਿਓ ਤਾਂ ਕਿ ਉਹਨਾਂ ਦਾ ਨਾਮ ਮੈਨੂੰ ਪੱਕਾ ਯਾਦ ਨਹੀਂ, ਇਹਨੂੰ ਪਤਾ ਹੈ। ਅੱਛਾ ਅੱਛਾ। ਹਾਂ ਤੇ ਦੱਸ ਦੇਣੀ। ਚਲੋ ਕੋਈ ਉਹਦਾ ਭਲਾ ਆਪਣੇ ਗੋਜਰੇ ਵਾਲੇ ਐਮਪੀਏ ਦਾ ਨਾਂ ਕੀ ਆ ਆਪਣੇ ਮੁੰਡੇ ਦਾ? ਅਬਦੁਲ ਕਦੀਰ। ਕਦੀਰ। ਅੱਛਾ ਅੱਛਾ। ਅਬਦੁਲ ਕਦੀਰ ਦਾ ਮੁੰਡਾ ਵੀ ਤੇ ਹੋਇਆ ਸੀ ਨਾ ਐਮਪੀਏ, ਆਪਣੇ ਵਜ਼ੀਰ ਤਲੀਮ ਸੀ ਜਾਂ ਕਿਹੜਾ ਬੜਿਆ ਹੋਗਾ ਤੁਹਾਡੇ? ਹਾਂ, ਉਹਦਾ ਅਬਦੁਲ ਹਈ ਦਾ, ਅਬਦੁਲ ਹਈ ਸੀ ਉਹਦਾ ਨਾਮ। ਹਾਂ, ਇੱਕ ਦਾ ਨਾਮ ਅਬਦੁਲ ਹਈ, ਇੱਕ ਦਾ ਨਾਮ ਕਦੀਰ। ਠੀਕ ਹੈ ਜੀ ਠੀਕ ਹੈ। ਬਾਬਾ ਜੀ ਲਾਹੌਰ ਤੋਂ ਤੁਸੀਂ ਡਾਇਰੈਕਟ ਇੱਥੇ ਆ ਗਏ ਆਪਣਾ ਪਿੰਡ ਭੂਣੇ ਵਾਲੇ? ਹਾਂ। ਹੈਨਾ? ਜਾਂ ਅੱਗੇ ਪਿੱਛੇ ਵੀ ਤੁਹਾਨੂੰ ਮਤਲਬ ਖਰਾਬ ਹੋਣਾ ਪਿਆ? ਘੱਟ ਵਰ ਪਹਿਲਾਂ ਆ ਕੇ ਬੈਠਦੇ ਆ ਕੋਈ ਸਾਲ ਕੋ। ਹਾਂ। ਉੱਥੇ ਦਾ ਮਿਓ ਆ ਗਿਆ, ਮਿਓ ਬਹਿ ਗਿਆ ਆ ਕੇ ਬਹੁਤੇ। ਅੱਛਾ। ਤੇ ਮੈਂ ਆਉਂਦਾ ਤਹਿਸੀਲਦਾਰ ਸੀ ਲੱਗਾ ਮੇਵਾਤੀ। ਹਾਂ। ਉਸੇ ਨੇ ਆਖਿਆ ਵੀ ਮੈਂ ਤੁਹਾਨੂੰ ਜ਼ਮੀਨ ਦਿੰਨਾ ਤੇ ਤੁਸੀਂ ਪਿੰਡ ਘੱਟ ਛੱਡ ਦਿਓ। ਅੱਛਾ। ਅਸੀਂ ਗਏ ਫਿਰ ਹੁਣ ਸਾਨੂੰ 300 ਜ਼ਮੀਨ, 300 ਘੁਮਾ ਐਸ ਪਿੰਡ ਦੀ ਲਾਟ ਕੱਟੀ। ਠੀਕ ਹੈ। ਅਸੀਂ ਘੱਟੋ ਉੱਠ ਕੇ ਇੱਥੇ ਆ ਗਏ। ਸਹੀ ਹੈ। ਉਹ ਉੱਥੇ ਗਿਆ। ਫਿਰ ਤੁਸੀਂ ਇੱਥੇ ਹੀ ਫਬੇ ਰਹੇ ਆਪਣਾ, ਇੱਥੇ ਹੀ ਤੁਸੀਂ ਮਿਹਨਤ ਕੀਤੀ ਆਪਣਾ ਸਾਰਾ ਕੁਝ। ਤੁਸੀਂ ਪਿੰਡ ਭੂਣੇ ਵਾਲੀ ਜਦੋਂ ਆਏ ਹੋ, ਤੁਸੀਂ ਜਿਹੜੇ ਇੱਥੋਂ ਦੇ ਲੋਕ ਮੁਕਾਮੀ ਸਨ ਉਹਨਾਂ ਕੋ ਕੀ ਕੁਝ ਸੁਣਿਆ ਕਿ 47 ਤੋਂ ਪਹਿਲੇ ਇੱਥੇ ਕਿਹੜੇ ਲੋਕ ਬਾਸ ਸਨ? ਸਿੱਖ ਵੀ ਰਹਿੰਦੇ ਸਨ ਇੱਥੇ? ਨਹੀਂ, ਉਹ ਇਹ ਸਾਰੇ ਮਜਾਰੇ ਥੇ, ਮਾਲਕ ਸਿੱਖੀ ਜੇ। ਹਾਂ, ਭੂਣੇ ਵਾਲੀ ਪਿੰਡ ਜਿਹੜਾ 47 ਤੋਂ ਪਹਿਲੇ 100 ਘੁਮਾ ਦੇ, 200 ਘੁਮਾ ਦੇ ਮਾਲਕ ਸਨ। ਅੱਛਾ। ਤੇ ਇਹ ਜਿੰਨੇ ਮੁਸਲਮਾਨ ਸਨ ਸਾਰੇ ਮਜਾਰੇ ਸਨ। ਉਹਦੇ ਮਜਾਰੇ ਸੇ ਤੇ ਪਿੰਡ ਸਿੱਖਾਂ। ਕਿਹੜੀ ਕਿਹੜੀ ਬਰਾਦਰੀ ਜਿੱਥੇ ਜਿਹੜੇ ਬਸਿੰਦੇ ਲੋਕ ਨੇ ਆਪਣਾ? ਇੱਥੇ ਬਸਿੰਦੇ ਦੇ ਚੀਮੇ ਵੀ ਥੇ, ਬਿਰਕ ਵੀ। ਅੱਛਾ ਅੱਛਾ। ਹੋਰ ਕੋਈ ਨਹੀਂ ਪਾਉਂਦੇ, ਮਤਲਬ ਚੀਮੇ ਤੇ ਬਿਰਕ। ਬਾਬਾ ਜੀ ਜਦੋਂ ਤੁਸੀਂ ਸਫ਼ਰ ਕਰ ਰਹੇ ਸੋ, ਆਪਣਾ ਘਰ ਬੂਆ ਛੱਡਿਆ, ਤੇ ਤੁਹਾਨੂੰ ਕੋਈ ਮਤਲਬ ਇਹ ਸੋਚ ਪੈਦਾ ਹੁੰਦੀ ਸੀ ਜਿਹਦੇ ਚ ਕਿ ਕੀ ਬਣ ਗਿਆ ਜਾਂ 2-4 ਦਿਨ ਵਾਸਤੇ ਵੀ ਅਸੀਂ ਫਿਰ ਵਾਪਸ ਤੁਰ ਜਾਣਾ ਵਾ? ਕੀ ਤੁਸੀਂ ਸੋਚਦੇ ਹੋ ਉਸ ਵੇਲੇ? ਨਹੀਂ, ਉਹ ਤਾਂ ਅਸੀਂ ਪਾਕਿਸਤਾਨ ਚ ਆ ਕੇ ਵੀ 6 ਮਹੀਨੇ ਸੋਚਦੇ ਰਹੇ ਹਾਂ। ਅੱਛਾ। ਬਈ ਸਾਨੂੰ ਆਡਰ ਆ ਜਾਣਾ ਪਿਛੇ ਜਾਣ ਦਾ। ਹਾਂ ਠੀਕ। ਅੱਛਾ ਅੱਛਾ। ਕਈ ਲੋਕ ਜਿਹੜੇ ਨਾ ਕੰਮ ਹੀ ਨਹੀਂ ਸੋ ਕਰਦੇ, ਕਹਿੰਦੇ ਅਸੀਂ ਪਿਛਾ ਮੁੜ ਜਾਣਾ।
ਅੱਛਾ ਪਿਛਾ ਮੁੜ ਜਾਣਾ, ਪਰ ਮੁੜਨਾ ਕਿੱਥੋਂ ਸੀ, ਅਜੇ ਖਿਆਲ ਆਉਂਦਾ ਰਿਹਾ। ਜੀ ਜੀ ਜੀ, ਖਿਆਲ ਆਉਂਦਾ ਰਿਹਾ। ਹਾਂ, ਠੀਕ ਪਿਛਾ ਹੈ। ਜਾਵਾਂਗੇ। ਅੱਛਾ ਅੱਛਾ, ਰਾਤ ਨੂੰ ਕਿਤੇ ਸੁੱਤਿਆਂ ਪਿਆ ਖਾਬ ਚ ਪਿੰਡ ਫਿਰ ਟੁਰ ਕੇ ਆਏ ਨੇ? ਉਹ ਤਾਂ ਖੁਆਬਾਂ ਤਾਂ ਛੱਡ ਕੇ ਹੁਣ ਅੱਖਾਂ ਲੈ ਕੇ ਪਿੰਡ ਫਿਰਦਾ ਸਾਰਾ। ਬੈਠਿਆ ਅੱਖਾਂ ਲੈ ਕੇ। ਬਾਅਦ ਚ ਕਦੀ ਮੌਕਾ ਮਿਲਿਆ 47 ਤੋਂ ਬਾਅਦ ਤੁਹਾਨੂੰ ਜਾਣ ਦਾ, ਜਾਂ ਤੁਹਾਡੇ ਬਜ਼ੁਰਗਾਂ ਨੂੰ ਪਿੱਛੇ ਪਿੰਡ ਬਾਹਰ ਦਿਲ ਕਰਦਾ? ਦਿਲ ਕਰਦਾ ਮੈਂ ਹੁਣ ਪਿੰਡ ਦੇਖਿਆ ਗਿਆ ਜਿੱਥੇ ਆਪਣੀਆਂ ਜੜ੍ਹਾਂ ਸਨ। ਹਾਂ, ਸਾਡੇ ਇੱਕ ਮੇਰਾ ਮੁੰਡਾ ਹੈ ਮਕਬੂਲ ਉਹਦਾ ਨਾਂ, ਉਹਨੂੰ ਕਿਸੇ ਲੱਭ ਗਿਆ ਟੈਲੀਫੋਨ ਯਾਲੀ ਦਾ। ਹਾਂ, ਯਾਲੀ ਪਿੰਡ ਸੀ ਮੁਸਲਮਾਨ ਜੀ ਜੀ, ਸਿੱਖਾਂ ਦਾ। ਅੱਛਾ, ਉਹ ਜਿਹੜੇ ਸਾਡੇ ਨੇ ਨਾ ਪਿਆਰ ਵਾਲੇ, ਹਾਂਜੀ, ਉਹਨਾਂ ਦੇ ਮੁੰਡੇ ਦਾ ਇੱਕ ਮੁੰਡਾ ਇੰਗਲੈਂਡ ਵਾ ਤੇ ਇੱਕ ਮੁੰਡਾ ਉੱਥੇ ਯਾਲੀ ਹੈ। ਅੱਛਾ, ਉਹ ਯਾਲੀ ਵਾਲੇ ਮੁੰਡੇ ਨੇ ਦੱਸਿਆ ਵੀ ਅਸਾਂ 12 ਕਿੱਲੇ ਜ਼ਮੀਨ ਬੈਸਾਂ ਪਿੰਡ ਸੀ ਸਿੱਕਿਆਂ ਦਾ ਗੁਜਰਾਵਾ, ਹਾਂ, ਤੇ ਬੈਸਾਂ ਦੀ ਅਸੀਂ 12 ਕਿੱਲੇ ਜ਼ਮੀਨ ਖਰੀਦੀ ਹੈ, ਤੁਹਾਨੂੰ ਮਿਲਾਂਗੇ ਜਦੋਂ ਕਦੇ ਨਨਕਾਣੇ ਆਏ, ਅੱਛਾ, ਉਦੋਂ ਮਿਲ ਕੇ। ਹੁਣ ਇੱਥੇ ਆਏ ਰਹੇ ਨਾ, ਹਾਂ, ਸਾਨੂੰ ਸਲਾਹ ਮਿਲਦੀ ਰਹੀ ਹੈ। ਅੱਛਾ, ਮੈਂ ਬਿਮਾਰ ਸੀ, ਜੀ ਜੀ, ਮੈਂ ਤੁਹਾਡੇ ਨਾਲ ਗੱਲਾਂ ਕਰਦਾ, ਮੈਂ ਬਿਮਾਰ ਬਹੁਤਾ, ਜੀ ਜੀ ਜੀ, ਹੁਣ ਬੜਾ ਵੀ ਤੇ ਕਰਦਾ, ਹਾਂ, ਕਮਜ਼ੋਰੀ ਬਹੁਤੀ ਹੋ ਗਈ। ਜੀ ਜੀ ਜੀ, ਉਹ ਬਾੜਿਆਂ ਨੂੰ ਕੂਕਦਾ ਰਿਹਾ 3 4 5 7 ਦਿਨ ਸਾਨੂੰ ਸੁਨੇਹੇ ਆਉਂਦੇ ਰਹੇ ਨਾ ਵੀ ਉਹ ਬੰਦਾ ਕਹਿੰਦਾ ਉਹ ਕੋਈ ਬਾੜੇ ਵਾਲਾ ਦਾ ਬੰਦਾ ਮੈਨੂੰ ਮਿਲੋ, ਉਹ ਕੋਈ ਬਾੜੇ ਵਾਲਾ ਦਾ ਬੰਦਾ ਮਿਲੋ। ਓਹ ਤੇ ਅਸੀਂ ਇਮਾਨਦਾਰੀ ਦੀ ਗੱਲ ਆ, ਮੈਂ ਇਹੋ ਸੋਚਦਾ ਵੀ ਉਹ ਹੀ ਸੀ ਜਿਹਨੇ ਸਾਨੂੰ ਆਖਿਆ ਸੀ ਨਾ ਸਾਡੇ ਮਿਲਣ ਵਾਲਾ, ਉਹ ਹੀ ਸੀ ਜਿਹੜਾ ਕਹਿੰਦਾ ਵੀ ਕੋਈ ਬਾੜੇ ਵਾਲਾ ਦਾ ਬੰਦਾ ਮਿਲੋ। ਕੀ ਉਹਨੂੰ ਕੋਈ ਲੋੜ ਸੀ? ਹਾਂ, ਇੱਥੇ ਆ ਕੇ ਦਵਾਈਆਂ ਦਿੰਦਾ ਰਿਹਾ। ਹਾਂ, ਦਵਾਈਆਂ ਉੱਥੇ ਦਿੰਦਾ ਰਿਹਾ, ਦਵਾਈਆਂ ਕੋਈ ਬਾੜੇ ਵਾਲਾ ਦਾ ਬੰਦਾ ਹੈ ਤਾਂ ਮੈਨੂੰ ਮਿਲੋ। ਅੱਛਾ ਅੱਛਾ, ਕਰਤਾਰਪੁਰ। ਕਰਤਾਰਪੁਰ ਸਹੀ। ਬਾਬਾ ਜੀ, ਕੋਈ ਸੁਨੇਹਾ ਸੁਨੂਹਾ ਛੱਡੋ ਉਹਨਾਂ ਵਾਸਤੇ ਜਿਹੜੇ ਆਪਣਾ ਤੁਹਾਡੇ ਵਿਕਰਮ ਸੀ, ਉਹਨਾਂ ਨਾਲ ਬੜੀ ਸਾਂਝ ਸੀ ਬਜ਼ੁਰਗਾਂ ਦੀ, ਉਹਨਾਂ ਵਾਸਤੇ ਕੀ ਤੁਸੀਂ ਸੁਨੇਹਾ ਦਿੰਦੇ ਹੋ? ਉਹ ਯਾਰ ਸੁਨੇਹਾ ਦਿੰਦੇ ਆ, ਜੇ ਇੱਕ ਦਿਨ ਨਨਕਾਣੇ ਆਉਣ ਤੋਂ ਮਿਲ ਪੈਣੇ, ਇੱਥੇ ਆਉਣ ਤੋਂ ਮਿਲਣ। ਅੱਛਾ, ਟੈਲੀਫੋਨ ਨੰਬਰ ਮੁੰਡੇ ਕੋਲ ਲਿਖਾ ਕੇ ਲੈ ਜਾ, ਹਾਂ ਹਾਂ, ਜਿਹੜਾ ਟੈਲੀਫੋਨ ਉਹਨਾਂ ਨੂੰ ਦੇ ਦੇਣਾ, ਸਾਨੂੰ ਟੈਲੀਫੋਨ ਕਰਨਾ, ਹਾਂ ਹਾਂ, ਅਸੀਂ ਵੀ ਉੱਥੇ ਜਾ ਕੇ ਉਹਨਾਂ ਨੂੰ ਮਿਲ ਆਈਏ ਜਾਂ ਉਹਨਾਂ ਨੂੰ ਇੱਥੇ ਲੈ ਆਈਏ। ਚਲੋ ਮਿਲਣੀ ਆ ਨਾ, ਜੀ ਜੀ ਜੀ, ਹਾਂ, ਜਾਂ ਨਨਕਾਣਿਓਂ ਕਰਨਾ, ਹਾਂ, ਜਾਂ ਇੱਥੋਂ ਕਰਨਾ, ਠੀਕ, ਕਰਤਾਰਪੁਰੋਂ ਕਰਨ। ਤੁਸੀਂ ਮਿਲਾਵਾਂਗੇ, ਲੰਬਰ ਸਾਡਾ ਰਖਾ ਕੇ ਲੈ ਜਾਓ। ਸਹੀ ਹੈ, ਠੀਕ ਲੰਬਰਾਂ ਹੈ, ਦੇ ਪਿਆ ਲੰਬਰਾਂ ਦਾ ਤੁਹਾਨੂੰ ਮਿਲਣਾ ਚਾਹੁੰਦੇ ਨੇ, ਸਹੀ ਹੈ, ਤੇ ਉਹ ਮਿਲੋ। ਸਹੀ ਹੈ। ਤੇ ਤੁਹਾਡੀ ਤੁਸੀਂ ਦੱਸਿਆ ਕਿ ਤੁਹਾਡੀ ਫੋਨ ਤੇ ਗੱਲ ਵੀ ਹੋਈ ਸੀ ਉਹਨਾਂ ਨਾਲ, ਵਿਕਰਮ ਨਾਲ, ਉਹਨਾਂ ਦੇ ਬੱਚਿਆਂ ਨਾਲ ਲੱਗੋ। ਇਹ ਕਿੰਨਾ ਚਿਰ ਪਹਿਲੇ ਦੀ ਗੱਲ ਹੈ? ਇਹ ਮੇਰਾ ਖਿਆਲ ਸਾਲ ਹੋ ਗਿਆ। ਸਾਲ ਹੋ ਗਿਆ, ਉਸ ਤੋਂ ਬਾਅਦ ਨਹੀਂ ਰਾਬਤਾ ਆਇਆ? ਨਹੀਂ। ਹਾਂ, ਠੀਕ ਹੈ, ਠੀਕ। ਚਲੋ ਜੀ ਬਾਬਾ ਜੀ, ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ। ਤੁਸੀਂ ਬੜੀਆਂ ਆਪਣਾ ਸੋਹਣੀਆਂ ਗੱਲਾਂ ਕੀਤੀਆਂ ਉਸ ਵੇਲੇ ਦੀਆਂ, 47 ਵੇਲੇ ਜਿਹੜਾ ਪਿੰਡ ਬਾੜਾ ਵਾਨਾ ਦਾ ਸੀ। ਤੇ ਅੱਜ ਕੱਲ ਤੇ ਸਾਰੀ ਬਾਤ ਉੱਥੇ ਸਿੱਖ ਕਮਿਊਨਿਟੀ ਬੈਠੀ ਹੈ, ਸਾਰੇ ਸਿੱਖ ਬੈਠੇ ਨੇ, ਸਾਰਾ ਆਈ ਸ਼ਹਿਰ, ਉਹਨਾਂ ਨੇ ਤੁਹਾਡੀ ਸਾਰੀ ਗੱਲਬਾਤ ਸੁਣਨੀ ਹੈ। ਸਾਡਾ ਸ਼ਹਿਰ ਜੀ ਆ ਗਿਆ, ਪਿੰਡ ਹੀ ਸਾਡਾ, ਅਸੀਂ ਸ਼ਹਿਰ ਚ ਆ ਗਿਆ। ਅਸੀਂ ਜੇ ਉੱਥੇ ਹੁਣ ਹੁੰਦੇ ਨਾ, ਅਸੀਂ ਕਰੋੜਾਪਤੀ ਹੋਣਾ ਸੀ। ਹਾਂ, ਸਾਡੀ 27 ਪੈਲੀਆਂ ਜ਼ਮੀਨ ਸੀ, ਜਿਹੜੀ ਸਾਰੀ ਸ਼ਹਿਰ ਲੁਧਿਆਣੇ ਚ ਬਣ ਗਈ। ਅਸੀਂ 6 ਹੀ ਲੁਧਿਆਣੇ ਮਾਰਕੀਟਾਂ ਬਣ ਗਈਆਂ ਆਪਣਾ ਸਾਰੀ। ਠੀਕ ਠੀਕ, ਮਾਰਕੀਟਾਂ ਬਣ ਗਈਆਂ। ਸਹੀ ਸਹੀ। ਚਲੋ ਖੈਰ, ਸਾਡਾ ਕੋਈ ਗੱਲ ਨਹੀਂ, ਜੀ ਜੀ, ਆਪਣੀ ਬਰਾਦਰੀ ਚ ਬੈਠੇ ਆ, ਚੰਗਾ ਰੋਬ ਆ, ਹਾਂ ਹਾਂ, ਹਾਂ, ਚੰਗੀ ਗੱਲਬਾਤ ਆ, ਸਾਰੇ ਸਲੂਕ ਆ, ਬਰਾਦਰੀ ਆ। ਸਹੀ ਹੈ। ਘਰ ਬਾਬਾ 2-3 ਪਿੰਡਾਂ ਦੇ ਵਿੱਚ ਹੁਣ ਜਾਣ ਬੰਬਾਲਾ ਹੋਇਆ, ਜੀ ਜੀ ਜੀ, ਕੱਟੜ ਬੰਬਾਲਾ, ਪੁਨਾਰੀ, ਕੋਲ ਕੰਨ ਸਿਆ ਨਾਲ ਕੱਟੜਾ। ਅੱਛਾ, ਤੇ 2 ਪੱਤੀਆਂ ਉੱਥੇ ਬੈਠੀਆਂ ਪੱਕੇ ਕੋਲ, ਉਹ ਵੀ ਮਿਲਦੀਆਂ ਗਲੀਆਂ ਹੁਣ ਜਾਣ। ਚਲੋ ਤੁਸੀਂ ਆ ਭੂਣੇ ਵਾਲੀ ਦੇ ਜਿਹੜੇ ਪਿੰਡ ਨੇ 4 ਫੇਰੇ ਤੇ ਇੱਕ ਦੋ ਤੁਸੀਂ ਦੱਸਿਆ, ਕੰਡਨ ਸਿਆਣ, ਹੋਰ ਵੀ ਨਾਂ ਹੋਰ ਦੱਸ ਦਿੰਦੇ ਆ, ਕੰਨੜ ਸਿਆ, ਭੋਲਾ ਮੂਸਾ, ਬੇਗਵਾਲਾ, ਗੋਜਰਾ, ਕੋਲਡੀ, ਖਾਨੂ ਦੀ, ਫਾਂਗਟ, ਕੰਬਾਲਾ, ਮਿੱਤਰਾਂ ਵਾਲੀ, ਇਹ ਪਿੰਡ ਜੀ। ਇਹ ਪਿੰਡ ਸਾਰੇ ਜੀ ਤਹਿਸੀਲ ਡਸਕਾ ਚਾਹੁੰਦੇ? ਹਾਂਜੀ, ਤਹਿਸੀਲ ਡਸਕਾ ਜੀ। ਠੀਕ ਹੋ, ਠੀਕ, ਪਾਡੀ ਚੱਕ, ਠੀਕ। ਉਹ ਕਿਵੇਂ ਆ ਸਾਨੂੰ ਭਗਤਾ ਜਗਤਾ ਅਰਜਨ ਸਰਬਨ ਰਤਾ ਜੱਸਾ ਇੰਨੇ ਰਾਮ ਬੜੇ ਨੇ। ਤੇ ਕੀ ਕੰਮ ਕਾਜ ਸੀ ਇਹਨਾਂ ਦਾ? ਉਹਨਾਂ ਦਾ ਕੰਮ ਇਹੋ ਸੀ ਵੀ ਤੇਰੇ ਡੰਗਰ ਮਰ ਗਏ, ਮਸ਼ੇਪੀ ਸਨ। ਅੱਛਾ, ਡੰਗਰ ਮਰ ਗਿਆ, ਚੁੱਕਣਾ ਉਹਨਾਂ, ਚਮੜਾ ਲਾਣਾ, ਹਾਂ, ਜੁੱਤੀਆਂ ਉਹਨਾਂ ਦੇਣੀਆਂ, ਪੈਸਾ ਕੋਈ ਨਹੀਂ ਲੈਣਾ ਦੇਣਾ। ਅੱਛਾ ਅੱਛਾ, 4 ਚਮਾੜੀਆਂ ਸੀ, 400 ਪਿੰਡ ਸੀ, 300 ਘਰ ਹੋਊਗਾ ਚਮਾਰਾ 4 ਸਵੇਰੇ ਪਿੰਡ ਦੇ। ਉਹ ਵਾਹ, ਸਾਨੂੰ ਭਗਤਾ ਜਗਤਾ 300 ਘਰ ਆਪਣੇ ਪਿੰਡ ਚ, ਸਰਬਨ ਰਤਾ ਜੱਸਾ ਇੰਨੇ ਰਾਮ ਬੜੇ ਨੇ। ਕੀ ਕੰਮ ਕਾਜ ਸੀ ਇਹਨਾਂ ਦਾ? ਆਪਣਾ 300 ਕੰਮ ਇਹੋ ਸੀ, ਘਰ ਬਣਿਆ, ਤੇਰੇ ਡੰਗਰ ਮਰ ਗਏ, ਮਸ਼ੇਪੀ ਸਨ। ਅੱਛਾ, ਡੰਗਰ ਮਰ ਗਿਆ, ਚੁੱਕਣਾ ਉਹਨਾਂ, ਠੀਕ ਹੈ ਬਾਬਾ, ਚਮੜਾ ਲਾਣਾ, ਬਹੁਤ ਸ਼ੁਕਰੀਆ। ਜੁੱਤੀਆਂ ਉਹਨਾਂ ਦੇਣੀਆਂ, ਪੈਸਾ ਕੋਈ ਨਹੀਂ ਲੈਣਾ। ਬਹੁਤ ਵਧੀਆ ਹੋ ਗਿਆ। ਅੱਛਾ, 400 ਪਿੰਡ ਸੀ, ਟੈਲੀਫੋਨ ਵਧੀਆ ਟੈਲੀਫੋਨ। ਓਕੇ ਬਾਬਾ ਜੀ, ਅੱਲਾ ਹਾਫਿਜ਼।